ਇਹ ਤਾਂ ਇਕੱਠੇ ਹੋ ਕੇ ਸੈਂਟਰ ਦੀ ਕਠਪੁਤਲੀ ਸੀਗੀਆਂ। ਹੁਣ ਇਹ ਆਪੋ ਆਪਣਾ ਢਨੋਰਾ ਪਿੱਟ ਰਹੇ ਆ ਵੋਟਾਂ ਦੀ ਖਾਤਰ ਕਿ ਜੀ ਅਸੀਂ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਕਿਸੇ ਨੇ ਕੋਈ ਯੋਗਦਾਨ ਨਹੀਂ ਪਾਇਆ ਇਹਨਾਂ ਨੇ। ਹੁਣ ਵੀ ਟੀਚਰਾਂ ਤੇ ਡਾਂਗਾ ਪੈ ਰਹੀਆਂ, ਬਿਜਲੀ ਮੁਲਾਜ਼ਮਾਂ ਤੇ ਸੋਟੀਆਂ ਮਾਰ ਰਹੀ ਹੈ ਚੰਨੀ ਸਰਕਾਰ। ਕਿ ਸਾਨੂੰ ਭਾਈ ਰੁਜ਼ਗਾਰ ਦਿਓ, ਰੁਜ਼ਗਾਰ ਹੀ ਮੰਗਣ ਗਏ ਸੀ, ਕੋਈ ਹੋਰ ਵਿਰੁੱਧ ਨਾਰਾ ਨਹੀਂ ਕਰਨ ਗਏ, ਹੋਰ ਕੋਈ ਰੈਲੀ ਸੀ ਕਰਨ ਗਏ, ਆਪਦੇ ਹੱਕ ਮੰਗਣ ਗਏ ਸੀਗੇ। ਪਰ ਉਹਨੇ ਫੁੱਜਾਂ ਮਾਰੀਆਂ ਜਿਹੜੀਆਂ ਪਸ਼ੂਆਂ ਦੀ ਤਰ੍ਹਾਂ ਕਿ ਚੰਨੀ ਸਾਨੂੰ ਇੱਧਰੋਂ ਵਿਹਲੇ ਹੋ ਰਹਿੰਦੇ, ਤੇਰੀ ਇੱਕ ਇੱਕ ਮਾਰੀ ਡਾਂਗ ਸਾਡੇ ਜਵਾਕਾਂ ਤੇ ਅਸੀਂ ਤੈਨੂੰ ਦੱਸਾਂਗੇ। ਹੱਕ ਮੰਗਦੇ ਜਵਾਕਾਂ ਨੂੰ ਕਿਵੇਂ ਕੁੱਟਿਆ ਜਾਂਦਾ, ਇਹਦਾ ਬਦਲਾ ਤੇ ਇੱਥੋਂ ਅਸੀਂ ਆ ਕੇ ਲਵਾਂਗੇ। ਪਰ ਘਰ ਘਰ ਹੁਣ ਨਸ਼ੇ ਦੇ ਆਦੀ ਬੱਚੇ ਹੋਏ ਵੇ ਆ ਤੇ ਕਿੰਨੇ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ ਪਿੰਡ ਪਿੰਡ। ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਜਾਂ ਸਰਕਾਰਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਾ ਨਹੀਂ ਵਿਕ ਸਕਦਾ। ਸਾਡੇ ਪਿੰਡ ਦੇ ਵਿੱਚ ਬੰਦਾ ਫੜਦੇ ਮਗਰੋਂ ਆ ਜੀ, ਉਹਨੂੰ ਸਾਡੇ 3 ਕਿਲੋਮੀਟਰ ਦੇ ਫਾਸਲੇ ਤੇ ਜਾ ਕੇ ਫੋਨ ਵਗ ਜਾਂਦਾ ਵੀ ਸਾਡਾ ਬੰਦਾ ਛੱਡ ਦਿੱਤਾ ਜਾਵੇ। ਹੁਣ ਤਾਂ ਇਹਨਾਂ ਦੀ ਸਰਕਾਰ ਹੈ, 4.5 ਸਾਲ ਕੈਪਟਨ ਸਾਹਿਬ ਰਹਿ ਗਏ, ਹੁਣ ਚੰਨੀ ਸਾਹਿਬ ਆ ਗਏ ਤੇ ਤਾਂ ਹੁਣ ਕਦੋਂ ਮਰਜ਼ੀ ਫੈਲਾਂ ਖਿਲਾ ਲੈਣ। ਪਰ ਪਹਿਲਾਂ ਖਿਲਾਉਣਗੇ ਕਿਹਦੀਆਂ? ਸਾਰੇ ਤਾਂ ਰਲੇ ਮਿਲੇ ਆ, ਫਿਰ ਇੱਕ ਦੂਜੇ ਦੇ ਭੇਦ ਖੋਲਣਗੇ। ਜਿਹੜਾ ਵੋਟਾਂ ਵੇਲੇ ਕਰੋੜਾਂ ਰੁਪਇਆ ਫੰਡ ਇਹਨਾਂ ਕੋਲ ਇਕੱਠਾ ਹੁੰਦਾ ਹੈ ਜੀ, ਉਹ ਲੋਕਾਂ ਦੇ 100 ਨਾਲ ਨਹੀਂ ਹੁੰਦਾ, ਉਹ ਤਾਂ ਇਸੇ ਧੰਦੇ ਨਾਲ ਹੀ ਹੁੰਦਾ। ਇਹ ਤਾਂ ਲੋਕ ਜਾਗਰਤ ਹੋਣ, ਇਹਨਾਂ ਦੇ ਮਾਰਨ 76 ਜਦੋਂ ਪਿੰਡਾਂ 'ਚ ਵੜਦੇ ਆ। ਸਰਕਾਰ ਨੇ ਇਕੱਲੇ ਗੱਪ ਮਾਰਨ ਦਾ ਠੇਕਾ ਲਿਆ, ਵਾਅਦੇ ਕਰਦਾ ਹੈ, ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਸਾਡੇ ਵਿੱਚ ਪੰਜਾਬ 'ਚ ਅੱਤਵਾਦ ਲਿਆਉਣਾ ਜ਼ਿੰਮੇਵਾਰ ਕੱਲ੍ਹ ਹੀ ਆ, ਇਹ ਚੀਜ਼ ਦਾ ਮੈਂ ਦਾਅਵਾ ਕਰਦਾ। ਸਤਿ ਸ਼੍ਰੀ ਅਕਾਲ ਜੀ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਪਹੁੰਚੇ ਅੱਜ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ। ਇਸ ਪਿੰਡ ਦਾ ਇਤਿਹਾਸ ਵੀ ਬਹੁਤ ਮਹੱਤਵਪੂਰਨ ਹੈ ਤੇ ਸਿਆਸੀ ਪੱਖੋਂ ਵੀ ਇਹ ਪਿੰਡ ਬਹੁਤ ਅਹਿਮੀਅਤ ਰੱਖਦਾ ਹੈ। ਇਤਿਹਾਸ ਪੱਖੋਂ ਅਸੀਂ ਗੱਲ ਕਰੀਏ ਤਾਂ ਬਾਬਾ ਫਤਿਹ ਸਿੰਘ ਜੀ ਇਸ ਪਿੰਡ ਦੇ ਬਹੁਤ ਹੀ ਯੋਧਾ ਹੋਏ ਨੇ, ਜੋ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜੋ ਚਿੱਠੀ ਦੇ ਕੇ 5 ਯੋਧਿਆਂ ਨੂੰ ਭੇਜਿਆ ਗਿਆ ਸੀ ਸਰਹੰਦ ਵਿਖੇ ਇੱਟ ਨਾਲ ਇੱਟ ਖੜਕਾਉਣ ਲਈ, ਛੋਟੇ ਸਾਹਿਬਜ਼ਾਦਿਆਂ ਜੀ ਦਾ ਸ਼ਹਾਦਤ ਦਾ ਬਦਲਾ ਲੈਣ ਵਾਸਤੇ। ਤਾਂ ਬਾਬਾ ਫਤਿਹ ਸਿੰਘ ਜੀ ਉਹਨਾਂ ਯੋਧਿਆਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਮਹਾਨ ਯੋਧਾ ਬਾਦ ਸਿੰਘ ਨਾਲ ਮਿਲ ਕੇ ਵਜ਼ੀਰ ਖਾਨ ਸੂਬਾ ਸਰਹੰਦ ਦਾ ਕਤਲ ਕੀਤਾ ਸੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ। ਉਸ ਤੋਂ ਬਾਅਦ ਖਾਲਸਾ ਰਾਜ ਦੀ ਨੀਂਹ ਰੱਖੀ ਗਈ ਤੇ ਇਹ ਵੀ ਕਿ ਬਾਬਾ ਫਤਿਹ ਸਿੰਘ ਜੀ ਨੂੰ ਖਾਲਸਾ ਰਾਜ ਦੇ ਵਿੱਚ ਪਹਿਲੇ ਗਵਰਨਰ ਹੋਣ ਦਾ, ਪਹਿਲੇ ਪ੍ਰਸ਼ਾਸਕ ਹੋਣ ਦਾ ਜਿਹੜਾ ਹੈਗਾ ਉਹ ਮਾਣ ਹਾਸਲ ਹੈ। ਅਸੀਂ ਇਸ ਧਰਤੀ ਨੂੰ ਸਿਜਦਾ ਕਰਦੇ ਹਾਂ ਤੇ ਸਿਆਸਤ ਪੱਖੋਂ ਇਹ ਪਿੰਡ ਇਸ ਲਈ ਅਹਿਮੀਅਤ ਰੱਖਦਾ ਹੈ ਕਿਉਂਕਿ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਜਿਨ੍ਹਾਂ ਨੂੰ ਪੰਜਾਬੀ ਸਿਆਸਤ ਦਾ ਬਾਬਾ ਬੋੜ ਕਿਹਾ ਜਾਂਦਾ ਹੈ, ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਸ ਪਿੰਡ ਵਿਖੇ ਸਿਹਰਾ ਬਣ ਕੇ ਟੁੱਕੇ ਸਨ। ਜੀ ਹਾਂ, ਇਸ ਪਿੰਡ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਹੁਰਾ ਪਿੰਡ ਹੋਣ ਦਾ ਮਾਣ ਹੈ ਤੇ ਉੱਥੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦਾ ਇਹ ਨਾਨਕਾ ਪਿੰਡ ਹੈ। ਬੀਬਾ ਹਰਸਿਮਰਤ ਕੌਰ ਬਾਦਲ ਜੀ ਇਸ ਪਿੰਡ ਦੀ ਭਾਣਜ ਨੂੰਹ ਨੇ ਤੇ ਇਸ ਪਿੰਡ ਦੇ ਜੋ ਮਹਾਨ ਸ਼ਖਸੀਅਤਾਂ ਸਾਡੇ ਕੋਲ ਅੱਜ ਹਾਜ਼ਰ ਹੋਈਆਂ। ਪਿੰਡ ਦੀ ਕਚਹਿਰੀ ਪ੍ਰੋਗਰਾਮ ਲੈ ਕੇ ਅਸੀਂ ਇੱਥੇ ਹਾਜ਼ਰ ਹਾਂ। ਇਹਨਾਂ ਸ਼ਖਸੀਅਤਾਂ ਦੇ ਵਿੱਚ ਆਮ ਆਦਮੀ ਪਾਰਟੀ, ਅਕਾਲੀ ਦਲ, ਕਾਂਗਰਸ, ਹੋਰ ਸਾਰੀਆਂ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਤੇ ਪਿੰਡ ਦੇ ਆਮ ਲੋਕ ਵੀ ਮੌਜੂਦ ਨੇ ਤੇ ਆਪਾਂ ਗੱਲ ਕਰਾਂਗੇ ਲੋਕਾਂ ਦੀ ਕਚਹਿਰੀ ਦੇ ਵਿੱਚ। ਸਭ ਤੋਂ ਪਹਿਲਾਂ ਅੱਜ ਜੋ ਹੈ ਵੱਡਾ ਦਿਹਾੜਾ ਹੈ, ਜੋ 1 ਸਾਲ ਤੋਂ ਕਿਸਾਨੀ ਸੰਘਰਸ਼ ਚੱਲਦਾ ਆ ਰਿਹਾ ਸੀ ਕਾਲੇ ਕਾਨੂੰਨਾਂ ਦੇ ਖਿਲਾਫ, ਉਹ ਸੰਘਰਸ਼ ਦੀ ਜਿੱਤ ਹੋਈ ਹੈ ਤੇ ਜਿਹੜੇ ਸਾਡੇ ਸੰਘਰਸ਼ਮਈ ਕਿਸਾਨ ਹੈ ਉਹ ਦਿੱਲੀ ਮੋਰਚੇ ਤੋਂ ਵਾਪਸ ਆਪਣੇ ਪਿੰਡਾਂ ਨੂੰ ਆ ਰਿਹਾ ਹੈ। ਤਾਂ ਆਪਾਂ ਗੱਲ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਵਿੱਚ ਮੌਜੂਦ ਨੇ ਸਾਡੇ ਚੱਕ ਫਤਿਹ ਸਿੰਘ ਵਾਲਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪਿੰਡ ਇਕਾਈ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਜੀ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਅਜਮੇਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਵੱਡੀ ਜਿੱਤ ਹੋਈ ਹੈ ਤੇ ਕਿਸਾਨ ਜਿਹੜੇ ਹੈਗੇ ਮੋਰਚੇ ਉਹ ਦਿੱਲੀ ਤੋਂ ਵਾਪਸ ਆ ਰਹੇ ਆ। ਆਪਾਂ ਦੇਖ ਰਹੇ ਹਾਂ ਕਿ ਪਿੰਡ ਪਿੰਡ ਦੇ ਵਿੱਚ ਉਹਨਾਂ ਦਾ ਬਹੁਤ ਹੀ ਜੋਸ਼ ਨਾਲ, ਢੋਲ ਢਮੱਕੇ ਨਾਲ ਸਵਾਗਤ ਕੀਤਾ ਜਾ ਰਿਹਾ। ਕੀ ਕਹੋਗੇ ਇਹਦੇ ਬਾਰੇ ਤੁਸੀਂ? ਹਾਂਜੀ, ਅੱਜ ਜਿਹੜਾ 1 ਸਾਲ ਤੋਂ ਚੱਲ ਰਿਹਾ ਸੀ ਕਿਸਾਨ ਅੰਦੋਲਨ, ਉਹ ਕੱਲ੍ਹ ਫਤਿਹ ਹੋ ਗਿਆ ਜੀ, ਵਾਪਸ ਲੈ ਲਿਆ। ਉੱਥੋਂ ਸਾਡੇ ਪਿੰਡ ਦਾ ਜਿਹੜਾ ਕਾਫਲਾ ਉਹ ਚੱਲਿਆ ਹੋਇਆ, ਅੱਜ ਉਹ ਫਤਿਹਬਾਦ ਤੋਂ ਉਹਨਾਂ ਨੇ ਰਵਾਨਾ ਹੋਣਾ ਹੈ ਤੇ ਲਗਭਗ 4:30 ਵਜੇ 5 ਵਜੇ ਦੇ ਨਾਲ ਉਹਨਾਂ ਨੇ ਸਾਡੇ ਪਿੰਡ ਪਹੁੰਚਣਾ ਹੈ।
ਅਸੀਂ ਉਹਨਾਂ ਦੇ ਸਵਾਗਤ ਦੇ ਵਾਸਤੇ ਸਵਾਗਤੀ ਗੇਟ ਲਾ ਰਹੇ ਹਾਂ ਜੀ। ਉੱਥੋਂ ਉਹਨਾਂ ਨੂੰ ਢੋਲ ਢਮੱਕੇ ਦੇ ਨਾਲ ਲੈ ਕੇ ਆਵਾਂਗੇ ਜੀ। ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਅਸੀਂ ਲੰਮਾ ਸਮਾਂ ਸੰਘਰਸ਼ ਕੀਤਾ ਹੈ ਤੇ ਜਿੱਤ ਸਾਡੀ ਹੋਈ ਹੈ। ਸੱਚੇ ਲੋਕਾਂ ਦੀ ਜਿੱਤ ਹੁੰਦੀ ਹੈ। ਗੁਰਬਾਣੀ ਵਿੱਚ ਵੀ ਕਿਹਾ ਗਿਆ ਕਿ ਨਿਸ਼ਚੈ ਕਰ ਆਪਣੀ ਜਿੱਤ ਕਰੋ। ਸੱਚਮੁੱਚ ਹੀ ਇਹ ਜੋ ਤੁਹਾਡੀ ਜਿੱਤ ਹੈ ਇਹ ਨਿਸ਼ਚੈ ਕਰਕੇ ਜਿੱਤ ਕੀਤੀ ਗਈ ਹੈ, ਪਰੰਤੂ 1 ਸਾਲ ਲੰਬਾ ਇਹ ਸੰਘਰਸ਼ ਚੱਲਣਾ ਬਹੁਤ ਔਖਾ ਸੀ। ਕਿਵੇਂ ਤੁਸੀਂ ਇਸ ਨੂੰ ਆਪਣੇ ਪਿੰਡ ਤੇ ਹੰਢਾਇਆ? ਵੇਖੋ ਜੀ, ਅਸੀਂ ਬਹੁਤ ਇਹਦੇ ਵਿੱਚ ਦੁੱਖ ਵੀ ਝੱਲੇ, ਗਰਮੀਆਂ ਝੱਲੀਆਂ। ਸਾਡੇ ਉੱਥੇ ਟੈਂਟ ਪਾੜਦੇ ਰਹੇ, ਉਹਨਾਂ ਦਾ ਵੀ ਪ੍ਰਬੰਧ ਕਰਦੇ ਰਹੇ ਤੇ ਹੋਰ ਪਿੰਡ ਦੇ ਵਿੱਚੋਂ 3-4 ਵਾਰ ਸਾਨੂੰ ਫੰਡ ਵੀ ਇਕੱਠਾ ਕਰਨਾ ਪਿਆ ਤੇ ਤਕਲੀਫਾਂ ਵੀ ਆਈਆਂ। ਪਰ ਅੱਜ ਅਸੀਂ ਉਹ ਸਾਰੀਆਂ ਤਕਲੀਫਾਂ ਭੁੱਲ ਗਏ ਕਿਉਂਕਿ ਅਸੀਂ ਜਿੱਤੇ ਹਾਂ। ਜਿੱਤ ਦੇ ਨਾਲ ਕਹਿੰਦੇ ਸਾਰੀਆਂ ਤਕਲੀਫਾਂ ਜੋ ਹੈ ਭੁੱਲ ਚੁੱਕੇ ਨੇ। ਇੱਕ ਹੋਰ ਕਿਸਾਨ ਆਗੂ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਨਾਮ ਜੀ? ਬਲਵਿੰਦਰ ਸਿੰਘ। ਕੀ ਕਹਿਣਾ ਚਾਹੋਗੇ ਲੰਬੇ ਚੱਲੇ ਸੰਘਰਸ਼ ਬਾਰੇ? ਬਹੁਤ ਤਕਲੀਫਾਂ ਝੱਲੀਆਂ ਜੀ ਸੰਘਰਸ਼ ਬਾਰੇ। ਬਹੁਤ ਕੁਝ ਵੇਖਿਆ ਤੇ ਬੜੀ ਠੰਡ ਵੀ ਵੇਖੀ ਤੇ ਬਹੁਤ ਜ਼ਿਆਦਾ ਗਰਮੀ ਵੀ ਵੇਖੀ ਤੇ ਸਾਡੀਆਂ ਮਾਵਾਂ ਭੈਣਾਂ ਨੇ ਵੀ ਬਹੁਤ ਸਾਡੀ ਮਦਦ ਕਰੀ। ਬਹੁਤ ਜ਼ਿਆਦਾ ਵਧੀਆ ਸੰਘਰਸ਼ ਅਸੀਂ ਜਿੱਤ ਕੇ ਆਪਦੇ ਘਰਾਂ ਨੂੰ ਆ ਰਹੇ। ਹੁਣ ਅੱਗੇ ਕੀ ਸੋਚ ਰਹੇ ਹੋ? ਖੇਤੀ ਮਸਲੇ ਤਾਂ ਤੁਸੀਂ ਹੱਲ ਕਰਵਾ ਲਏ, ਇਸ ਤੋਂ ਅੱਗੇ ਕੀ ਸੋਚਦੇ ਹੋ? ਕਿ ਜਿਵੇਂ ਸਭ ਤੋਂ ਵੱਡਾ ਮਸਲਾ ਖੜਾ ਹੈ ਕਿ ਕਰਜ਼ੇ ਦਾ, ਤਾਂ ਕਰਜ਼ੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਰਜ਼ੇ ਬਾਰੇ ਵੀ ਲੜਨਾ ਪਊਗਾ ਸਾਨੂੰ। ਐਵੇਂ ਜੁਕਰੀ ਕਰਜ਼ੇ ਬਾਰੇ ਲੜਾਂਗੇ ਅਸੀਂ। ਕਰਜ਼ਾ ਇਹਨਾਂ ਤੋਂ ਮਾਫ ਕਰਾਵਾਂਗੇ ਗਵਰਨਮੈਂਟ ਤੋਂ ਜੀ। ਕਰਜ਼ਾ ਮਾਫ ਕਰਾਉਣ ਵਾਸਤੇ ਸੰਘਰਸ਼ ਦੀ ਗੱਲ ਕੀਤੀ ਹੈ। ਅਜਮੇਰ ਸਿੰਘ ਜੀ ਦੁਬਾਰਾ ਫਿਰ ਗੱਲ ਕਰਨਾ ਚਾਹੁੰਦੇ ਆ। ਇਹਦੇ ਵਿੱਚ 17 ਦਸੰਬਰ ਨੂੰ ਸਾਡੀ ਲਗਭਗ ਪੰਜਾਬ ਦੀਆਂ 31-32 ਕਿਸਾਨ ਜਥੇਬੰਦੀਆਂ ਨੇ ਸਿਰ ਜੋੜਿਆ ਜੀ ਤੇ ਸੰਘਰਸ਼ ਵੀ ਅਸੀਂ ਜਿੱਤ ਕੇ ਇਹਦੇ ਵਿੱਚ ਪੰਜਾਬ ਦੀਆਂ 31-32 ਜਥੇਬੰਦੀਆਂ ਸੀ ਤੇ ਹੋਰ ਹਿੰਦੁਸਤਾਨ ਦੀਆਂ ਵੀ ਜਥੇਬੰਦੀਆਂ ਸੀ ਜਿਨ੍ਹਾਂ ਦਾ ਇੱਕ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ। ਹੁਣ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਨਾਲ ਸਾਡੇ ਆਗੂਆਂ ਦੀ 17 ਤਰੀਕ ਨੂੰ ਮੀਟਿੰਗ ਹੈ ਕਰਜ਼ਿਆਂ ਦੇ ਸੰਬੰਧ ਦੇ ਵਿੱਚ। ਹੋਰ ਜਿਹੜੀਆਂ ਮੰਗਾਂ ਮਸਲੇ ਸਾਡੇ ਲੜਕਦੀਆਂ ਮੰਗਾਂ ਮਸਲੇ ਹੈ ਉਹ ਵੀ ਅਸੀਂ ਹੱਲ ਕਰਾਉਣੇ ਆ। 17 ਤਰੀਕ ਨੂੰ ਸਾਡੇ ਜਿਹੜੇ ਨੁਮਾਇੰਦੇ ਹੈ ਮੁੱਖ ਮੰਤਰੀ ਚੰਨੀ ਦੇ ਨਾਲ ਗੱਲ ਕਰਨ ਜਾ ਰਹੇ। ਤਾਂ 17 ਦਸੰਬਰ ਨੂੰ ਮੁੱਖ ਮੰਤਰੀ ਚੰਨੀ ਜੀ ਨਾਲ ਕਰਜ਼ਿਆਂ ਦੇ ਮੁੱਦੇ ਤੇ ਗੱਲ ਕਰਨ ਜਾ ਰਹੇ ਆ। ਸਾਡੇ ਵਿੱਚ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਸਿੰਘ ਜੀ ਜੋ ਕਿ ਪਹਿਲਾਂ ਵੀ ਇੱਕ ਵਾਰ ਇਲੈਕਸ਼ਨ ਲੜ ਚੁੱਕੇ ਆ, ਦੁਬਾਰਾ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਜਤਾ ਰਹੇ ਆ। ਮਾਸਟਰ ਜੀ, ਕਿਸਾਨੀ ਸੰਘਰਸ਼ ਬਾਰੇ ਕੀ ਕਹਿਣਾ ਚਾਹੋਗੇ? ਦੁਨੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਦਬਾਅ ਥੱਲੇ ਆ ਕੇ ਕਾਨੂੰਨ ਵਾਪਸ ਲਏ ਹੋਣ। ਇਹ ਬਹੁਤ ਵੱਡੀ ਜਿੱਤ ਹੈ ਕਿਸਾਨਾਂ ਦੀ। ਸਾਰਾ ਪੰਜਾਬ ਇਹਨਾਂ ਨੂੰ ਸਲਾਮ ਕਰਦਾ ਜੀ। ਦੋਸ਼ ਤਾਂ ਇਹ ਵੀ ਲੱਗ ਰਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਇਹਨਾਂ ਕਿਸਾਨਾਂ ਇਹ ਕਾਨੂੰਨ ਹੈ ਇਹਨਾਂ ਦੇ ਹੱਕ ਵਿੱਚ ਮਤਾ ਪਾਸ ਕੀਤਾ। ਕੀ ਕਹਿਣਾ ਚਾਹੋਗੇ? ਨਹੀਂ, ਮਤਾ ਨਹੀਂ ਪਾਸ ਕੀਤਾ। ਸੋ ਕਿਸਾਨਾਂ ਨੂੰ ਮੋਦੀ ਸਾਹਿਬ ਨੇ ਇੱਕ ਚਿੱਠੀ ਭੇਜੀ ਸੀ ਵੀ ਜਿਹੜੀਆਂ ਸੁਣੀਆਂ ਸਟੇਡੀਅਮ ਸਾਰੇ ਸਾਨੂੰ ਦਿੱਤੇ ਜਾਣ, ਪਰ ਕੇਜਰੀਵਾਲ ਸਾਹਿਬ ਨੇ ਉਹ ਚਿੱਠੀ ਨੂੰ ਰਿਜੈਕਟ ਕਰਤਾ ਵੀ ਇਹ ਕਿਸਾਨਾਂ ਵਾਸਤੇ ਮੈਂ ਇਹ ਜੇਲ੍ਹਾਂ ਨਹੀਂ ਬਣਾਉਣ ਦੇਵਾਂਗਾ। ਕਿਸਾਨਾਂ ਵਾਸਤੇ ਜੇਲ੍ਹਾਂ ਨਹੀਂ ਬਣ ਦਿੱਤੀਆਂ ਗਈਆਂ, ਵੱਡੀ ਪ੍ਰਾਪਤੀ ਹੈ। ਸਾਡੇ ਵਿੱਚ ਮੌਜੂਦ ਨੇ ਯੂਥ ਕਾਂਗਰਸ ਦੇ ਜੋ ਹਲਕਾ ਇੰਚਾਰਜ ਜਸ ਬੱਜੋਆਣੀਆ ਜੀ। ਉਹ ਪਿੰਡ ਦੇ ਸਰਪੰਚ ਵੀ ਨੇ, ਨੌਜਵਾਨ ਹੈ, ਬਹੁਤ ਵਧੀਆ ਕੰਮ ਕਰ ਰਿਹਾ। ਜਸ ਜੀ, ਖੇਤੀ ਕਾਨੂੰਨਾਂ ਬਾਰੇ। ਸਤਿ ਸ਼੍ਰੀ ਅਕਾਲ ਜੀ। ਖੇਤੀ ਕਾਨੂੰਨਾਂ ਬਾਰੇ ਜੋ ਅੱਜ ਸਾਡੇ ਲਈ ਇੱਕ ਇਤਿਹਾਸਕ ਦਿਨ ਆ, ਜੋ ਸੰਘਰਸ਼ੀ ਯੋਧਿਆਂ ਦੀ ਲੜਦੇ ਹੋਏ ਕਿਸਾਨ ਮਜ਼ਦੂਰਾਂ ਦੀ ਜਿਹੜਿਆਂ ਨੇ 1 ਸਾਲ ਤੁਸੀਂ ਦੇਖੋ ਗਰਮੀਆਂ ਵੀ ਕੱਢੀਆਂ, ਠੰਡ ਵੀ ਹੰਢਾਈ, ਆਪਣੇ ਪਿੰਡੇ 'ਚ ਕਿੰਨੀਆਂ ਦੁੱਖ ਤਕਲੀਫਾਂ, ਉੱਥੇ ਟੈਂਟ ਪੱਟੇ ਗਏ, ਬੈਰੀਗੇਟ ਲਾਏ। ਇਹਨਾਂ ਮੈਂ ਸਲਾਮ ਕਰਦਾ ਇਹਨਾਂ ਯੋਧਿਆਂ ਨੂੰ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਆ ਤੇ ਜਿਹੜੇ ਨੇ ਵੀ ਸੰਘਰਸ਼ ਦੇ ਵਿੱਚ ਜਿੰਨਾ ਵੀ ਆਪਦਾ ਯੋਗਦਾਨ ਪਾਇਆ। ਹਰ ਇੱਕ ਉਸ ਵਿਅਕਤੀ ਨੇ ਜਿਸ ਨੇ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ ਉਹਦੇ ਅਸੀਂ ਸਿਰ ਝੁਕਾ ਕੇ ਉਹਨੂੰ ਪ੍ਰਣਾਮ ਕਰਦੇ ਹਾਂ। ਤੇ ਜੋ ਮੋਦੀ ਦਾ ਹੰਕਾਰ ਸੀ, ਜੋ ਕਹਿੰਦਾ ਸੀ ਵੀ ਇਹ ਤਾਂ ਹੁਣੇ ਨਹੀਂ ਰੱਦ, ਕੋਈ ਜਿਹਦੇ ਤੇ ਤੁਸੀਂ ਦੇਖੋ ਕੰਨ ਤੇ ਜੂੰ ਹੀ ਨਹੀਂ ਸਰਕਦੀ ਸੀ। ਕਿੰਨੀਆਂ ਸਟੇਟਾਂ 'ਚ ਉਹਨੇ ਕਾਨੂੰਨ ਲਾਗੂ ਕੀਤੇ, ਜੰਮੂ ਕਸ਼ਮੀਰ ਕਿਸੇ ਨੂੰ ਕੁਸਕ ਨਹੀਂ ਦਿੱਤਾ। ਸੋ ਇਸ ਵਾਰ ਉਹਦਾ ਜਿਹੜਾ ਪੰਗਾ ਮਤਲਬ ਕਿ ਉਹਨੇ ਗਲਤ ਲੈ ਲਿਆ। ਪੰਜਾਬ ਦੇ ਜੋ ਅਣਖੀ ਯੋਧਿਆਂ ਨਾਲ ਪੰਗਾ ਲੈ ਲਿਆ। ਉਹ ਤਾਂ ਪਹਿਲਾਂ ਇਹਨਾਂ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਸੀ। ਕਦੇ ਕਹਿੰਦੇ ਸੀ ਕੋਈ ਅੱਤਵਾਦੀ ਆ, ਕਦੇ ਕਹਿੰਦੇ ਵੱਖਵਾਦੀ ਆ, ਮਾਓਵਾਦੀ ਆ। ਫਿਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਅੰਨਦਾਤੇ ਨੇ ਕਿਸਾਨ ਮਜ਼ਦੂਰ ਏਕਤਾ ਦੇ ਅੱਗੇ ਉਹਨੂੰ ਝੁਕਣਾ ਪੈ ਗਿਆ ਤੇ ਨਾਲ ਹੀ ਉਹਨੇ ਮਾਫੀ ਮੰਗੀ। ਤੁਸੀਂ ਦੇਖੋ ਬਹੁਤ ਵੱਡੀ ਸਾਡੇ ਲਈ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ, ਸਾਡੀਆਂ ਨਸਲਾਂ ਲਈ ਇੱਕ ਇਤਿਹਾਸਕ ਇਹ ਯਾਦਗਾਰ ਰਹਿ ਕੇ ਜਾਊਗੀ ਵੀ ਹਾਂ ਇਸ ਟਾਈਮ ਦੇ ਵਿੱਚ ਦਿੱਲੀ ਦੇ ਵਿੱਚ ਜੋ ਸੰਘਰਸ਼ ਚੱਲਿਆ ਸੀ ਹਰ ਇੱਕ ਨੂੰ ਮਾਣ ਆ। ਅਸੀਂ ਵੀ ਜਾਂਦੇ ਰਹੇ ਹਾਂ, ਜਿੰਨਾ ਸੰਘਰਸ਼ ਅਸੀਂ ਜਿਵੇਂ ਜਥੇਬੰਦੀਆਂ ਦੇ ਹੁਕਮ ਸੀ ਉਸ ਹਿਸਾਬ ਨਾਲ ਅਸੀਂ ਪਿੰਡਾਂ 'ਚੋਂ ਉਵੇਂ ਜਾਂਦੇ ਰਹੇ ਹਾਂ। ਅਸੀਂ ਵੀ ਆਪਦੇ ਘਰੇ ਜਿਹੜੇ ਸੰਘਰਸ਼ ਜਿਹੜੇ ਉੱਥੇ ਦਿਨ ਲਾਇਆ ਤੇ ਸ਼ਹੀਦ ਜਿਹੜੇ ਉੱਥੇ ਹੋਏ ਆ 700-800 ਕਿਸਾਨ, ਉਹਨਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਜੋ ਉਹਨਾਂ ਦੀ ਸ਼ਹਾਦਤ ਆ ਜਿਹੜੀ ਉਹ ਵਿਅਰਥ ਨਹੀਂ ਜਾਊਗੀ। ਸ਼ਹੀਦਾਂ ਦੀ ਗੱਲ ਕੀਤੀ ਹੈ ਤਾਂ ਇੱਕ ਵੱਡਾ ਮਸਲਾ ਇਹ ਆ ਰਿਹਾ ਕਿ ਜੋ ਪਰਿਵਾਰਕ ਮੈਂਬਰ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਮੁਆਵਜ਼ਾ ਤੇ ਜਾਂ ਫਿਰ ਨੌਕਰੀਆਂ ਦਾ, ਇਹ ਜੋ ਵੱਡਾ ਸਵਾਲ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਵੱਲੋਂ?
ਜੋ ਵੀ ਕਿਸਾਨ ਸਾਡੇ ਉੱਥੇ ਭਰਾ ਸ਼ਹੀਦ ਹੋਏ ਆ ਮੋਰਚੇ ਦੇ ਵਿੱਚ, ਪੰਜਾਬ ਸਰਕਾਰ ਨੇ 5 ਲੱਖ ਰੁਪਏ ਦਾ ਚੈੱਕ ਸਾਡੇ ਮੰਤਰੀ ਸਾਹਿਬਾਨ ਜਾਂ ਲੋਕਲ ਐਮਐਲਏ ਸਾਹਿਬਾਨ ਜਾਂ ਡੀਸੀ ਸਾਹਿਬਾਨ ਜਾ ਕੇ ਉਹਨਾਂ ਦੇ ਘਰ ਜਾ ਕੇ ਦੇ ਕੇ ਆਏ। ਤੇ ਯੋਗਤਾ ਦੇ ਹਿਸਾਬ ਨਾਲ ਜੋ ਵੀ ਪਰਿਵਾਰ ਦੇ ਵਿੱਚ ਇੱਕ ਮੈਂਬਰ ਆ, ਜਿੰਨੀ ਉਹਦੀ ਯੋਗਤਾ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਨਿਯੁਕਤੀ ਪੱਤਰ ਵਿੱਚ ਕੱਲ ਮੁਕਤਸਰ ਦਿੱਤੇ ਆ, ਬਠਿੰਡੇ ਵੀ ਉਸ ਹਿਸਾਬ ਨਾਲ ਨਿਯੁਕਤੀ ਪੱਤਰ ਸਰਕਾਰ ਦੇ ਰਹੀ ਆ। ਨਿਯੁਕਤੀ ਪੱਤਰ ਕਹਿੰਦੇ ਦਿੱਤੇ ਜਾ ਰਹੇ ਆ। ਤਾਂ ਨਿਯੁਕਤੀ ਪੱਤਰਾਂ ਬਾਰੇ ਆਪਾਂ ਕਿਸਾਨ ਆਗੂਆਂ ਤੋਂ ਹੀ ਇੱਕ ਵਾਰੀ ਦੁਬਾਰਾ ਪੁੱਛਦੇ ਆ, ਕੀ ਕਹਿਣਾ ਚਾਹੋਗੇ ਕੀ ਨਿਯੁਕਤੀ ਪੱਤਰ ਤੇ ਮੁਆਵਜ਼ਾ ਦਿੱਤਾ ਜਾ ਰਿਹਾ? ਸਭ ਤੋਂ ਪਹਿਲਾਂ ਜੀ ਸਭ ਨੂੰ ਜੀ ਆਇਆਂ ਨੂੰ ਜੀ। ਭਾਰਤੀ ਕਿਸਾਨ ਯੂਨੀਅਨ ਟਕੌਂਤਾ ਵੱਲੋਂ ਪਿੰਡ ਇਕਾਈ ਦਾ ਜਨਰਲ ਸਕੱਤਰ ਕੁਲਦੀਪ ਸਿੰਘ ਬੱਬੀ। ਸੋ ਮੁਆਵਜ਼ਾ ਹਜੇ ਤੱਕ ਤਾਂ ਲੋਕਾਂ ਨੂੰ ਪਹੁੰਚਿਆ ਕੁਛ ਨਾ ਕੁਛ ਤਾਂ, ਪਰ ਮੁਆਵਜ਼ੇ ਨਾਲ ਸਾਡੀ ਜਿਹੜੀ ਪੂਰਤੀ ਨਹੀਂ ਹੋਣੀ। ਸਾਡੀ ਪੂਰਤੀ ਤਾਂ ਹੋਊਗੀ ਜੇ ਸਾਰੀਆਂ ਪਾਰਟੀਆਂ ਜੋ ਸਿਆਸੀ ਪਾਰਟੀਆਂ ਨੇ ਇਹ ਸਾਡੇ ਨਾਲ ਸਹੀ ਵਤੀਰਾ ਕਰਨ। ਇਹ ਤਾਂ ਇਕੱਠੇ ਹੋ ਕੇ ਸੈਂਟਰ ਦੀ ਕਠਪੁਤਲੀ ਸੀਗੀਆਂ, ਹੁਣ ਇਹ ਆਪੋ ਆਪਣਾ ਢਨੋਰਾ ਪਿੱਟ ਰਹੇ ਆ ਵੋਟਾਂ ਦੀ ਖਾਤਰ ਕਿ ਜੀ ਅਸੀਂ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਕਿਸੇ ਨੇ ਕੋਈ ਯੋਗਦਾਨ ਨਹੀਂ ਪਾਇਆ ਇਹਨਾਂ ਨੇ। ਹੁਣ ਵੀ ਟੀਚਰਾਂ ਤੇ ਡਾਂਗਾ ਪੈ ਰਹੀਆਂ, ਬਿਜਲੀ ਮੁਲਾਜ਼ਮਾਂ ਤੇ ਛੁੱਟੀਆਂ ਮਾਰ ਰਹੀ ਹੈ ਚੰਨੀ ਸਰਕਾਰ। ਇਹ ਤਾਂ ਇਹਨਾਂ ਸਾਰੇ ਸਿਆਸੀ ਪਾਰਟੀਆਂ ਦੇ ਸਟੰਟ ਹੁੰਦੇ ਆ ਜੀ, ਉਹ ਜਿਹੜੇ ਹੁਣ ਇਹ ਵੋਟਾਂ ਵਾਸਤੇ ਕਰ ਰਹੇ ਆ। ਇਕੱਲਾ ਇਹ ਨਹੀਂ, ਸਾਨੂੰ ਤਾਂ ਇਹ ਹੋਣਾ ਚਾਹੀਦਾ ਕਿ ਸਾਡੇ ਬਾਰੇ ਇਹ ਕੀ ਕਰ ਰਹੇ ਹੈ। ਸ਼ਹੀਦਾਂ ਨੂੰ ਤਾਂ 5 ਲੱਖ ਰੁਪਏ ਇਹਨਾਂ ਨੇ ਦੇਤਾ, ਚਲੋ ਠੀਕ ਆ, ਅਸੀਂ ਮੰਨਦੇ ਹਾਂ। ਉਹ ਇਹਨਾਂ ਦਾ ਕੋਈ ਇਹਨਾਂ ਨੇ ਕੋਲੋਂ ਨਹੀਂ ਦਿੱਤਾ, ਉਹ ਵੀ ਤਾਂ ਸਾਡਾ ਹੀ ਪੈਸਾ ਸੀ, ਚਲੋ ਇਹਨਾਂ ਨੇ ਵਾਪਸ ਕਰਤਾ, ਇਹਨਾਂ ਨੇ ਆਪ ਨਹੀਂ ਖਾਧਾ। ਉਹ ਇਹਨਾਂ ਦਾ ਧੰਨਵਾਦ ਹੈ ਜੀ। ਸੋ ਅਸੀਂ ਤਾਂ ਇਹ ਪੁੱਛਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਮਜ਼ਦੂਰ ਵਾਸਤੇ ਜਾਂ ਕਿਸਾਨ ਵਾਸਤੇ ਕੀ ਕਰ ਰਹੇ ਆ ਜੀ ਇਹ। ਉਹ ਕਹਿ ਰਿਹਾ ਅਸੀਂ 1000 ਰੁਪਇਆ ਦੇਵਾਂਗੇ, ਉਹ ਕਹਿ ਰਿਹਾ ਅਸੀਂ ਉਹ ਮਾਫ ਕਰਾਂਗੇ। ਸਾਨੂੰ ਇਹ ਦੱਸਿਆ ਜਾਵੇ ਵੀ ਇਹ ਪੈਸੇ ਆਉਣਗੇ ਕਿੱਥੋਂ ਇਹਨਾਂ ਕੋਲੇ ਉਹ ਪੈਸਿਆਂ ਦੀ ਜਿਹੜੀ ਕੋਈ ਬਿਮਾਰੀ ਭਰੀ ਪਈ ਜਾ ਕੇ ਵੰਡ ਦੇਣਗੇ। ਪੈਸੇ ਦਾ ਕਰਜ਼ਾ ਤਾਂ ਪਹਿਲਾਂ ਹੀ ਕਿੰਨਾ ਜਿਹੜਾ ਪਿਆ ਪੰਜਾਬ ਸਿਰ। ਇਹ ਉਹੀ ਵਾਅਦੇ ਕਰਨ ਜੋ ਇਹ ਪੂਰੇ ਕਰ ਸਕਦੇ ਆ। ਤਾਂ ਵਾਅਦੇ ਦੀ ਗੱਲ ਚੱਲੀ, 1000 ਰੁਪਏ ਦੀ ਗੱਲ ਕੀਤੀ ਇਹਨਾਂ ਨੇ, ਜਿਹੜਾ ਕਿ ਕੇਜਰੀਵਾਲ ਜੀ ਦੀ ਤੀਜੀ ਗਰੰਟੀ ਤੌਰ ਤੇ ਪ੍ਰਸਿੱਧ ਹੋਇਆ ਹੈ। ਤਾਂ ਆਪਾਂ ਆਪਣੇ ਵਿੱਚ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਇਹ ਔਰਤ ਵਿੰਗ ਦੇ ਬਲਜਿੰਦਰ ਕੌਰ ਜੀ ਤੁੰਗਵਾਲੀ ਤੋਂ। ਬਲਜਿੰਦਰ ਕੌਰ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। 1000 ਰੁਪਏ ਗਰੰਟੀ ਦੀ ਗੱਲ ਕੀਤੀ ਹੈ, ਸਵਾਲ ਉਠਾਇਆ ਗਿਆ ਹੈ ਕਿ ਉਹ ਪੈਸਾ ਕਿੱਥੋਂ ਪੂਰਾ ਕੀਤਾ ਜਾਊਗਾ? ਦੇਖੋ ਸਰ, ਕੇਜਰੀਵਾਲ ਸਾਹਿਬ ਜੋ ਕਹਿੰਦੇ ਨੇ ਉਹ ਕਰਦੇ ਨੇ। ਦਿੱਲੀ ਦੇ ਵਿੱਚ ਵੀ ਉਹਨਾਂ ਨੇ ਜੋ ਕਿਹਾ ਉਹ ਕੀਤਾ। ਕਿਉਂਕਿ ਦੇਖੋ ਇਹ ਜਿਹੜੀਆਂ ਸਰਕਾਰਾਂ ਸੀ ਪਹਿਲਾਂ ਮੌਜੂਦਾ ਸਰਕਾਰਾਂ ਰਹਿ ਚੁੱਕੀਆਂ ਨੇ, ਇਹਨਾਂ ਨੇ ਜਿਹੜਾ ਵੀ ਲੋਕਾਂ ਤੋਂ ਆਪਾਂ ਟੈਕਸ ਲੈਂਦੇ ਆ ਉਹ ਲੋਕਾਂ ਦੇ ਉੱਤੇ ਦੁਬਾਰਾ ਲਗਾਇਆ ਹੀ ਨਹੀਂ। ਲੇਕਿਨ ਜੋ ਕੇਜਰੀਵਾਲ ਸਾਹਿਬ ਨੇ ਉਹ ਲੀਕੇਜ ਬੰਦ ਕਰਕੇ ਟੈਕਸ ਹੈ ਜਿਹੜਾ ਲੋਕਾਂ ਦਾ ਪ੍ਰੋਪਰ ਵੇ ਨਾਲ ਇਕੱਠਾ ਕਰਦੇ ਨੇ ਤੇ ਪ੍ਰੋਪਰ ਵੇ ਨਾਲ ਉਹ ਲੋਕਾਂ ਦੇ ਵਿੱਚ ਹੀ ਵੰਡ ਦਿੱਤਾ ਜਾਂਦਾ ਹੈ। ਦੇਖੋ ਇਹ ਕਹਿੰਦੇ ਨੇ ਕਿ 1000 ਰੁਪਇਆ ਕੁਛ ਨਹੀਂ, ਮੈਂ ਵੀ ਮੰਨ ਲਓ 1000 ਰੁਪਇਆ ਕੁਛ ਨਹੀਂ, ਬਟ ਇੱਕ ਗਰੀਬ ਇਨਸਾਨ ਜਿਹਦੇ ਘਰੇ ਰੋਟੀ ਨਹੀਂ ਪੱਕਦੀ, ਜਦੋਂ ਉਸ ਔਰਤ ਦੇ ਘਰੇ 1000 ਰੁਪਇਆ ਮਹੀਨਾ ਆਊਗਾ ਤੇ ਉਹ ਔਰਤ ਉਸ 1000 ਰੁਪਏ ਦੇ ਨਾਲ ਬਹੁਤ ਕੁਝ ਕਰ ਸਕਦੀ ਹੈ। ਇੱਕ ਆਮ ਬੱਚਾ ਨਹੀਂ ਪੜ੍ਹ ਸਕਦਾ, ਉਹ ਆਪਦੀ ਫੀਸ ਭਰ ਸਕਦੀ ਹੈ ਸਰਕਾਰੀ ਸਕੂਲ ਦੀ, ਕੋਈ ਵਰਦੀ ਲੈ ਸਕਦੀ ਹੈ, ਕੋਈ ਕਿਤਾਬਾਂ ਲੈ ਸਕਦੀ ਹੈ। ਇਸ ਲਈ ਮਤਲਬ ਕਿ ਜੋ ਵੀ ਸਹੂਲਤਾਂ ਨੇ ਉਹ ਆਪਾਂ ਲੋਕਾਂ ਤੋਂ ਹੀ ਲੈ ਕੇ, ਉਹਨਾਂ ਦੇ ਟੈਕਸ ਲੈ ਕੇ, ਲੇਕਿਨ ਉਹਨਾਂ ਦੀ ਯੂਸੇਜ ਹੈ ਜਿਹੜੀ ਉਹ ਸਹੀ ਕਰਨੀ ਹੈ ਲੋਕਾਂ ਦੇ ਵਿੱਚ। ਬਸ ਇਸੇ ਤਰੀਕੇ ਨਾਲ ਹੀ ਉਹ ਜਿਹੜੀ ਗਰੰਟੀ ਆ ਉਹ ਪੂਰੀ ਕੀਤੀ ਜਾਊਗੀ। ਤਾਂ ਮੇਨ ਗੱਲ ਵਿੱਚੋਂ ਇਹ ਹੈ ਕਿ ਲੀਕੇਜ ਜਿਹੜੀ ਕਹਿੰਦੇ ਉਹ ਬੰਦ ਕੀਤੀ ਜਾਊਗੀ। ਲੀਕੇਜ ਭਾਵ ਚੋਰ ਮੋਰੀਆਂ ਬੰਦ ਕਰਕੇ ਤਾਂ ਜਿਹੜਾ ਲੋਕਾਂ ਦਾ ਪੈਸਾ ਟੈਕਸਾਂ ਦੇ ਰੂਪ ਵਿੱਚ ਲਿਆ ਗਿਆ ਉਹਨੂੰ ਇੱਕ ਸਿਸਟਮੈਟਿਕਲੀ ਪਲਾਨਿੰਗ ਬਣਾ ਕੇ ਉਹ ਵਾਪਸ ਕੀਤਾ ਜਾਣਾ। ਪੈਸਾ ਲੋਕਾਂ ਦਾ ਪਰ ਪ੍ਰਬੰਧ ਤਹਿਤ ਲੋਕਾਂ ਨੂੰ ਵਾਪਸ ਕੀਤਾ ਜਾਣਾ। ਸਾਡੇ ਵਿੱਚ ਮੌਜੂਦ ਨੇ ਮਾਸਟਰ ਜਗਸੀਰ ਸਿੰਘ ਜੀ। ਅਧਿਆਪਕਾਂ ਦੇ ਉੱਪਰ ਮਾਸਟਰ ਜੀ ਅਤਿਆਚਾਰ ਦੀ ਗੱਲ ਹੋਈ ਹੈ, ਤਾਂ ਤੁਸੀਂ ਇੱਕ ਪੁਰਾਣੇ ਅਧਿਆਪਕ ਰਹੇ ਹੋ, ਆਪਣੇ ਸਮੇਂ ਦੇ ਵਿੱਚ ਬਹੁਤ ਤੁਹਾਡਾ ਸਨਮਾਨ ਹੈ ਪਿੰਡ ਦੇ ਵਿੱਚ, ਇਲਾਕੇ ਦੇ ਵਿੱਚ। ਤਾਂ ਅਧਿਆਪਕਾਂ ਦੇ ਉੱਪਰ ਹੱਕ ਮੰਗ ਰਹੇ ਅਧਿਆਪਕਾਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ। ਇੱਕ ਇਹ ਵੀ ਸਾਹਮਣੇ ਆਇਆ ਕਿ ਇੱਕ ਜੋ CM ਦੀ ਸਿਕਿਉਰਿਟੀ ਦੇ ਵਿੱਚ DSP ਰੈਂਕ ਦਾ ਅਧਿਕਾਰੀ ਸੀ, ਉਹਨੇ ਨਿੱਜੀ ਤੌਰ ਤੇ ਜਿਵੇਂ ਰੰਜਿਸ਼ ਹੁੰਦੀ ਹੈ ਇਸ ਢੰਗ ਨਾਲ ਲਾਠੀਆਂ ਭਰਾਈਆਂ ਤੇ ਬੱਸਾਂ ਦੇ ਵਿੱਚ ਬੈਠੇ ਅਧਿਆਪਕਾਂ ਦੀ ਵੀ ਹੁੱਜਾਂ ਲਾਠੀਆਂ ਨਾਲ ਮਾਰੀਆਂ ਗਈਆਂ। ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਜੀ। ਬੇਨਤੀ ਇਹ ਹੈ ਕਿ ਜੋ ਕੁਛ ਹੋਇਆ ਆਪਾਂ ਨੂੰ ਸਾਰਿਆਂ ਨੇ ਦੇਖਿਆ ਤੇ ਸਾਰਿਆਂ ਨੂੰ ਹੀ ਪਤਾ ਹੈ ਤੇ ਸਾਰਾ ਬਹੁਤ ਇਹ ਮਾੜੀ ਗੱਲ ਹੋਈ, ਵਧੀਆ ਗੱਲ ਨਹੀਂ ਹੋਈ। ਕਿਉਂਕਿ ਇੱਕ ਸਿਕਿਉਰਿਟੀ ਦੇ ਵਿੱਚ DSP ਚੱਕ ਕੇ ਮਤਲਬ ਡਾਂਗ ਚੱਕ ਕੇ ਬੱਚਿਆਂ ਨੂੰ ਕੁੱਟਦਾ ਹੈ। ਬੱਚਿਆਂ ਦਾ ਕੀ ਕਸੂਰ ਹੈ? ਯੂਨੀਅਨ ਦਾ ਕੀ ਕਸੂਰ ਹੈ? ਉਹਨਾਂ ਨੇ ਤਾਂ ਆਪਣੀਆਂ ਹੱਕਾਂ ਮੰਗ ਨਾਅਰੇ ਲਾਇਆ ਸੀ ਇੱਕ, ਜਾਂ ਮਤਲਬ ਉਹਦੇ ਵਿਰੋਧ 'ਚ ਕਾਲੇ ਝੰਡੇ ਦਿਖਾਏ, ਹੋਰ ਕੁਝ ਨਹੀਂ ਕੀਤਾ ਸੀ। ਚੰਨੀ ਦਾ ਵੀ ਸਤਿਕਾਰ ਕਰਦੇ ਹਾਂ ਅਸੀਂ, ਪਰ ਇਹ ਦੇਖਣਾ ਪੈਂਦਾ ਵੀ ਯਾਰ ਇੱਕ DSP ਐਡੀ ਵੱਡੇ ਦਾ ਰੈਂਕ ਹੋਵੇ, ਨਾਲ SSP ਹੋਣ, ਵੀ ਮਤਲਬ ਕਿ ਪਸ਼ੂਆਂ ਦੀ ਤਰ੍ਹਾਂ ਕੁੱਟਿਆ ਗਿਆ। ਉਹ ਹੱਕ ਨਹੀਂ ਉਹਨਾਂ ਦਾ ਕੁੱਟਣ ਦਾ, ਕਿਉਂਕਿ ਬੱਚਿਆਂ ਤਾਂ ਆਪਦੀਆਂ ਮੰਗਾਂ ਤਾਂ ਕਹਿਣਾ ਹੀ ਹੈ ਵੀ ਸਾਨੂੰ ਭਾਈ ਰੁਜ਼ਗਾਰ ਦਿਓ। ਰੁਜ਼ਗਾਰ ਹੀ ਮੰਗਣ ਗਏ ਸੀ, ਕੋਈ ਹੋਰ ਵਿਰੁੱਧ ਨਾਅਰਾ ਨਹੀਂ ਕਰਨ ਗਏ, ਹੋਰ ਕੋਈ ਰੈਲੀ ਸੀ ਕਰਨ ਗਏ, ਆਪਦੇ ਹੱਕ ਮੰਗਣ ਗਏ ਸੀਗੇ। ਪਰ ਉਹਨੇ ਹੁੱਜਾਂ ਮਾਰੀਆਂ ਜਿਹੜੀਆਂ ਪਸ਼ੂਆਂ ਦੀ ਤਰ੍ਹਾਂ, ਉਹ ਸਾਨੂੰ ਬਹੁਤ ਘਾਤੀਆਂ, ਹਰ ਇੱਕ ਨੂੰ ਘਾਤੀਆਂ। ਮੈਨੂੰ ਨਹੀਂ, ਆ ਜਿੰਨੇ ਖੜੇ ਸਾਰੇ, ਜਿੰਨੇ ਕਾਂਗਰਸੀ ਕੀ ਅਕਾਲੀ ਕੀ ਮਤਲਬ ਆਪਣਾ ਕਿਸਾਨ ਯੂਨੀਅਨ ਕੀ, ਸਾਰਿਆਂ ਨੂੰ ਚੁੱਭਦੀ ਗੱਲ। ਅਸੀਂ ਇਹਦੇ ਬਰਖਲਾਫ ਹੈ, ਸਾਨੂੰ ਇਹ ਗੱਲ ਚੁੱਭਦੀ ਹੈ, ਇਹ ਗੱਲ ਹੋਣੀ ਨਹੀਂ ਚਾਹੀਦੀ ਸੀ। ਤਾਂ ਗੱਲ ਕੀਤੀ ਗਈ ਹੈ ਮਾਸਟਰ ਜਗਸੀਰ ਸਿੰਘ ਜੀ, ਉਹ ਕਹਿੰਦੇ ਬਹੁਤ ਮੰਦਭਾਗੀ ਘਟਨਾ ਹੈ ਕਿ ਹੱਕ ਮੰਗ ਰਹੇ, ਰੁਜ਼ਗਾਰ ਮੰਗ ਰਹੇ ਲੜਕੇ ਲੜਕੀਆਂ ਦੇ ਉੱਪਰ ਅਤਿਆਚਾਰ ਕੀਤਾ ਗਿਆ, ਡਾਂਗਾ ਭਰਾਈਆਂ ਗਈਆਂ। ਤਾਂ ਸਾਡੇ ਵਿੱਚ ਮੌਜੂਦ ਨੇ ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਸਰਦਾਰ ਨਾਰ ਸਿੰਘ ਜੀ। ਨਾਰ ਸਿੰਘ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਾ- ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਵਧਾਈ ਦਿੰਦਾ, ਜਿਨ੍ਹਾਂ ਨੇ ਪੰਜਾਬ ਦਾ ਐਡਾ ਵੱਡਾ ਸੰਘਰਸ਼ ਲੜਿਆ ਤੇ ਜਿਹੜੇ ਉੱਥੇ ਸ਼ਹੀਦ ਹੋਏ ਆ ਸਾਡੇ ਕਿਸਾਨ, ਉਹਨਾਂ ਨੂੰ ਮੈਂ ਸਜਦਾ ਕਰਦਾ। ਅਗਲੇ ਹੋਲਾ ਸਵਾਲ ਦੱਸੋ ਜੀ। ਹੁਣ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਜਿਹੜੀ ਇਹ ਸਰਕਾਰ ਹੈ, ਕੈਪਟਨ ਸਰਕਾਰ ਜਦੋਂ ਹੋਂਦ ਵਿੱਚ ਆਈ ਸੀ ਕਾਂਗਰਸ ਸਰਕਾਰ, ਤਾਂ ਉਦੋਂ ਘਰ ਘਰ ਰੁਜ਼ਗਾਰ ਦਾ ਨਾਅਰਾ ਦੇ ਕੇ ਹੋਂਦ ਵਿੱਚ ਆਈ ਸੀ। ਪਰੰਤੂ ਹੁਣ ਜਦੋਂ ਉਹੀ ਬੱਚੇ ਜਿਹੜੇ ਹੈਗੇ ਆ ਰੁਜ਼ਗਾਰ ਦੀ ਮੰਗ ਕਰ ਰਹੇ ਹੈ, ਤਾਂ ਉਹਨਾਂ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਡੀਐਸਪੀ ਵੱਲੋਂ ਤੇ ਹੋਰ ਪੁਲਿਸ ਵੱਲੋਂ ਡਾਂਗਾ ਭਰਾਈਆਂ ਗਈਆਂ। ਕੀ ਕਹਿਣਾ ਚਾਹੋਗੇ? ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ, ਤੇ ਮੈਂ ਤੁਹਾਨੂੰ ਦੱਸਣਾ ਵੀ ਚਾਹੁੰਦਾ ਕਿ ਤੁਸੀਂ ਅੱਜ ਦੇਖ ਲਓ, ਪੇਪਰ ਦੇ ਵਿੱਚ ਵੀ ਪੜ੍ਹਿਆ ਹੋਊਗਾ। ਕੱਲ੍ਹ ਹੀ ਚੰਨੀ ਸਾਹਿਬ ਨੇ ਉਸ ਡੀਐਸਪੀ ਦੀ ਇਨਕੁਆਇਰੀ ਲਵਾਈ ਹੈ ਔਰ ਉਸ 'ਤੇ ਪੂਰੀ ਸਖਤ ਤੋਂ ਸਖਤੀ ਕਾਰਵਾਈ ਕੀਤੀ ਜਾਊਗੀ। ਅਸੀਂ ਵੀ ਸਰਕਾਰ ਨੂੰ ਹੀ ਚਾਹੁੰਦੇ ਹਾਂ ਕਹਿਣਾ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲਣਾ ਵੀ ਚਾਹੀਦਾ। ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ, ਪਰੰਤੂ ਇਹ ਇਕੱਲਾ ਇਸ ਸਰਕਾਰ ਦਾ ਕਸੂਰ ਨਹੀਂ। ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ 15 ਸਾਲ 10 ਸਾਲ ਦਾ ਪਿਛਲਾ ਚੱਲਦਾ ਸਿਸਟਮ, ਉਹਦੇ ਕਾਰਨ ਹੀ ਪ੍ਰੋਬਲਮ ਆ ਰਹੀਆਂ। ਚੰਨੀ ਸਾਹਿਬ ਬੇਸ਼ੱਕ 2 ਮਹੀਨੇ ਹੋਇਆ ਬਣਿਆ ਨੂੰ, ਪਰ ਬਹੁਤ ਜਲਦੀ ਚੰਗੀ ਕੋਸ਼ਿਸ਼ ਕਰ ਰਹੇ ਆ, ਚੰਗਾ ਰਿਜ਼ਲਟ ਦੇ ਰਹੇ ਸਰ ਲੋਕਾਂ ਨੂੰ। ਤਾਂ ਕਹਿੰਦੇ ਬਦਲਾਅ ਆਇਆ। ਚੰਨੀ ਸਾਹਿਬ ਜੋ ਨਵੇਂ ਮੁੱਖ ਮੰਤਰੀ ਬਣੇ ਆ, ਉਹ ਲੋਕਾਂ ਵਾਸਤੇ ਬਹੁਤ ਕੁਝ ਕਰ ਰਿਹਾ। ਸਾਡੇ ਵਿੱਚ ਇੱਕ ਵਾਰ ਫਿਰ ਕਿਸਾਨ ਆਗੂ ਮੌਜੂਦ ਨੇ, ਅਜਮੇਰ ਸਿੰਘ ਜੀ। ਕੱਲੀ ਇਨਕੁਆਰੀ ਲਵਾਉਣ ਨਾਲ ਗੱਲ ਨਹੀਂ ਬਣਨੀ। ਉਹਨਾਂ ਨੇ ਸਾਡੇ ਬੱਚਿਆਂ ਨੂੰ ਪਸ਼ੂਆਂ ਵਾਂਗੂ ਕੁੱਟਿਆ, ਤੇ ਸਾਡੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਨੇ ਉਹਨੂੰ ਚੈਲੰਜ ਕੀਤਾ ਚੰਨੀ ਨੂੰ ਕਿ ਚੰਨੀ ਸਾਨੂੰ ਇੱਧਰੋਂ ਵਿਹਲੇ ਹੋ ਲੈਂਦੇ, ਤੇਰੀ ਇੱਕ ਇੱਕ ਮਾਰੀ ਡਾਂਗ ਸਾਡੇ ਜਵਾਕਾਂ ਤੇ ਅਸੀਂ ਤੈਨੂੰ ਦੱਸਾਂਗੇ ਕਿ ਜਥੇਬੰਦੀਆਂ ਕੀ ਹੁੰਦੀਆਂ, ਹੱਕ ਮੰਗਦੇ ਜਵਾਕਾਂ ਨੂੰ ਕਿਵੇਂ ਕੁੱਟਿਆ ਜਾਂਦਾ ਹੈ, ਇਹਦਾ ਬਦਲਾ ਤਾਂ ਇੱਥੋਂ ਅਸੀਂ ਆ ਕੇ ਲਵਾਂਗੇ ਜੀ। ਇੱਕ ਦੇਖਿਆ ਗਿਆ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡਾ ਇੱਕ ਨਾਅਰਾ ਗੂੰਜਿਆ ਗਿਆ ਸੀ ਕਿ ਨਸ਼ਿਆਂ ਦਾ। ਕਿਹਾ ਗਿਆ ਸੀ ਕਿ ਜੇਕਰ ਕਾਂਗਰਸ ਸਰਕਾਰ ਹੋਂਦ ਵਿੱਚ ਆਉਂਦੀ ਹੈ ਤਾਂ ਸਿਰਫ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਹੈ ਜੋ ਖਤਮ ਕੀਤਾ ਜਾਊਗਾ। ਤਾਂ ਸਾਡੇ ਵਿੱਚ ਮੌਜੂਦ ਨੇ ਇਸੇ ਪਿੰਡ ਦੇ ਭੀਮ ਸੈਨ ਸ਼ਰਮਾ ਜੀ, ਬਹੁਤ ਹੀ ਉੱਘੇ ਆਗੂ ਨੇ, ਸਮਾਜਿਕ ਕਾਰੋਬਾਰਾਂ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਯੋਗਦਾਨ ਹੈ। ਤਾਂ ਭੀਮ ਸੈਨ ਜੀ, ਕੀ ਕਹਿਣਾ ਚਾਹੋਗੇ ਕਿ ਨਸ਼ਿਆਂ ਦਾ ਖਾਤਮਾ ਹੋਇਆ? ਨਹੀਂ ਜੀ, ਕੋਈ ਖਾਤਮਾ ਨਹੀਂ ਹੋਇਆ, ਸਮਾਂ ਉਦੋਂ ਵੱਧ ਪ੍ਰਫੁੱਲਤ ਹੋਇਆ ਨਸ਼ੇ। ਨਸ਼ਿਆਂ ਦੇ ਵਿੱਚ ਖਾਤਮਾ ਨਾ ਹੁੰਦਾ ਤੁਸੀਂ ਕੀ ਕਾਰਨ ਸਮਝਦੇ ਹੋ, ਕਿਹਨੂੰ ਜ਼ਿੰਮੇਵਾਰ ਸਮਝਦੇ ਹੋ? ਇਹ ਸਰਕਾਰਾਂ ਹੀ ਜ਼ਿੰਮੇਵਾਰ ਹੈ ਜੀ ਇਹਦੀਆਂ। ਸਰਕਾਰਾਂ ਜੇ ਇਹ 'ਤੇ ਕੋਈ ਕੰਟਰੋਲ ਕਰਨ, ਕੰਟਰੋਲ ਹੋ ਸਕਦਾ ਹੈ, ਪਰ ਘਰ ਘਰ ਹੁਣ ਨਸ਼ੇ ਦੇ ਆਦੀ ਬੱਚੇ ਹੋਏ ਵੇ ਹੈ, ਅਤੇ ਕਿੰਨੇ ਕੁ ਬੱਚਿਆਂ ਦੀ ਇੱਥੇ ਮੌਤ ਵੀ ਹੋ ਚੁੱਕੀ ਹੈ, ਪਿੰਡ ਪਿੰਡ ਹੀ ਬਹੁਤ ਬੁਰਾ ਹਾਲ ਹੈਗਾ। ਕੋਈ ਕੰਟਰੋਲ ਨਹੀਂ ਹੋਇਆ ਜੀ ਸਰਕਾਰ ਦਾ। ਇੱਕ ਪਿੱਛੇ ਦੇਖਣ ਵਿੱਚ ਆਇਆ ਸੀ ਕਿ ਆਪਣੇ ਪਿੰਡ ਨੇ ਬਹੁਤ ਵੱਡਾ ਸੰਘਰਸ਼ ਲੜਿਆ ਸੀ ਨਸ਼ਿਆਂ ਦੇ ਖਿਲਾਫ। ਤਾਂ ਇਸੇ ਪਿੰਡ ਦੇ ਵਿੱਚ 3-4 ਘਰ ਅਜਿਹੇ ਸਨ ਜੋ ਨਸ਼ਿਆਂ ਦਾ ਬਹੁਤ ਵੱਡੀ ਪੱਧਰ 'ਤੇ ਕਾਰੋਬਾਰ ਕਰ ਰਹੇ ਸੀ। ਪਿੰਡ ਨੇ ਬਹੁਤ ਵੱਡਾ ਇਕੱਠ ਕੀਤਾ ਸੀ। ਉਹ ਇਕੱਠ ਦੇ ਵਿੱਚ ਆ ਕੇ ਕੁਝ ਲੋਕਾਂ ਨੇ ਨਸ਼ਿਆਂ ਤੋਂ ਤੋਬਾ ਵੀ ਕੀਤੀ ਸੀ ਵੇਚਣ ਤੋਂ। ਤਾਂ ਕੀ ਉਸ ਚੀਜ਼ 'ਤੇ ਕੰਟਰੋਲ ਹੋਇਆ? ਨਹੀਂ, ਉਹ ਤਾਂ ਮਤਲਬ ਜੇ ਉਹ ਬੰਦੇ ਛੱਡ ਗਏ ਨਸ਼ਾ ਵੇਚਣ, ਹੋਰ ਨਵੇਂ ਹੋਰ ਬਥੇਰੇ ਆ ਗਏ ਜੀ। ਜੇ ਕੋਈ ਕੰਟਰੋਲ, ਕੋਈ ਪੁਲਿਸ ਕਰੇ, ਕੋਈ ਸਰਕਾਰ ਸਕੰਜਾ ਕਸੇ, ਫੇਰ ਹੀ ਮਤਲਬ ਕੋਈ ਕੰਟਰੋਲ ਹੋਊਗਾ ਨਾ। ਉਹ ਛੱਡ ਜਾਣਗੇ, ਹੋਰ ਨਵੇਂ ਆ ਜਾਂਦੇ ਆ ਜੀ। ਉਹ 2-4 ਘਰ ਹਟ ਗਏ, ਨਵੇਂ ਹੋਰ ਲੱਗ ਗਏ। ਤਾਂ ਕੀ ਤੁਹਾਡਾ ਕਹਿਣਾ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ ਇਹ ਨਸ਼ੇ ਬਚਾਉਣ ਦੇ ਵਿੱਚ ਸਹਾਇਕ ਨੇ, ਉਹਨਾਂ ਦੇ ਐਸੋਸੀਏਟ ਨੇ? ਹਾਂਜੀ, ਉਹਨਾਂ ਦੇ ਨਾਲ ਹੀ ਆ। ਜੇ ਹੁਣ ਉਹਨਾਂ 'ਤੇ ਕੋਈ ਸਕੰਜਾ ਕਸਣ ਤਾਂ ਫਿਰ ਉਹ ਵਿਕ ਹੀ ਨਹੀਂ ਸਕਦਾ। ਇਹ ਪੁਲਿਸ ਪ੍ਰਸ਼ਾਸਨ ਦੇ ਮਤਲਬ ਉਸ ਤੋਂ ਬਿਨਾਂ ਇਹ ਵਿਕ ਨਹੀਂ ਸਕਦਾ ਨਸ਼ਾ। ਬਹੁਤ ਵੱਡਾ ਸਵਾਲ ਉਠਾਇਆ ਜੀ ਇਹਨਾਂ ਨੇ ਕਿ ਪੁਲਿਸ ਪ੍ਰਸ਼ਾਸਨ ਦੀ ਮਿਲੀ ਭੁਗਤ ਜਾਂ ਸਰਕਾਰਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਾ ਨਹੀਂ ਵਿਕ ਸਕਦਾ। ਇਹ ਵੱਡਾ ਸਵਾਲ ਹੈ। ਸਾਡੇ ਵਿੱਚ ਮੌਜੂਦ ਨੇ ਨੌਜਵਾਨ ਆਮ ਆਦਮੀ ਪਾਰਟੀ ਦੇ ਯਾਦਵਿੰਦਰ ਸ਼ਰਮਾ ਜੀ। ਯਾਦਵਿੰਦਰ ਸ਼ਰਮਾ ਜੀ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਸਰ ਸਾਰਿਆਂ ਨੂੰ। ਪਹਿਲਾਂ ਤਾਂ ਸਰ ਜੋ ਅੰਕਲ ਜੀ ਨੇ ਗੱਲ ਕੀਤੀ ਆ, ਇਹੀ ਮੈਂ ਮਾਹੌਲ ਦੇਖਦਾ ਆ ਰਿਹਾ। ਸਾਡੇ ਪਿੰਡ ਦੇ ਵਿੱਚ ਬੰਦਾ ਫੜਦੇ ਮਗਰੋਂ ਆ ਜੀ, ਉਹਨੂੰ ਸਾਡੇ 3 ਕਿਲੋਮੀਟਰ ਦੇ ਫਾਸਲੇ 'ਤੇ ਜਾ ਕੇ ਫੋਨ ਵਗ ਜਾਂਦਾ ਵੀ ਸਾਡਾ ਬੰਦਾ ਛੱਡ ਦਿੱਤਾ ਜਾਵੇ। ਤਾਂ ਫਿਰ ਇਹ ਨਸ਼ਿਆਂ ਨੂੰ ਰੋਕ ਕਿੱਥੋਂ ਲੱਗੂਗੀ ਜਦੋਂ ਆਪਾਂ ਆਪ ਹੀ ਖੁਦ ਪੁਲਿਸ ਪ੍ਰਸ਼ਾਸਨ ਵੀ ਨਾਲ ਮਿਲਿਆ ਹੋਇਆ, ਪਿੰਡ ਦੇ ਆਗੂ ਵੀ ਨਾਲ ਮਿਲੇ ਹੋਇਆ, ਤਾਂ ਫਿਰ ਇਹਨਾਂ ਨੂੰ ਬੰਦ ਕਿਵੇਂ ਕਰਾਂਗੇ ਆਪਾਂ? ਇਸ ਲਈ ਇਹ ਵੱਡਾ ਸਵਾਲ ਸਰਕਾਰਾਂ 'ਤੇ ਵੀ ਆ, ਪੁਲਿਸ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਆ ਵੀ ਜਿਹੜੇ ਵੀ ਬੰਦੇ ਨੂੰ ਤੁਸੀਂ ਫੜਦੇ ਹੋ ਤਾਂ ਉਹਦੀ ਕਾਰਵਾਈ ਉਹ 'ਤੇ ਪੂਰੀ ਕੀਤੀ ਜਾਵੇ, ਨਾ ਕਿ ਉਹਨੂੰ ਫੜਨ ਤੋਂ ਬਾਅਦ 2 ਘੰਟੇ ਬਾਅਦ ਛੱਡ ਦਿੱਤਾ ਜਾਵੇ। ਤਾਂ ਇਸ ਨੌਜਵਾਨ ਨੇ ਵੀ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਿਹੜੀ ਹੈਗੀ ਆ ਉਂਗਲ ਉਠਾਈ ਹੈ। ਸਾਡੇ ਵਿੱਚ ਹੋਰ ਵੀ ਪਿੰਡ ਵਾਸੀ ਮੌਜੂਦ ਨੇ। ਚਲੋ ਇੱਕ ਅਗਲਾ ਸਵਾਲ ਲੈਂਦੇ ਆਪਾਂ ਕਿ ਇਲੈਕਸ਼ਨਾਂ ਦੌਰਾਨ, ਅੱਛਾ ਜੀ, ਕੀ ਕਹਿਣਾ ਚਾਹੋਗੇ? ਇਹ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜਾ ਨਸ਼ਾ ਵੇਚਦੇ ਆ, ਉਹਨਾਂ ਦੀ ਦੇਣ ਹੈ। ਪਿੱਛੇ ਤੁਸੀਂ ਆਮ ਖਬਰਾਂ ਸੁਣੀਆਂ ਹੋਣਗੀਆਂ, 30 ਕੁਇੰਟਲ ਜਿਹੜਾ ਚਿੱਟਾ ਉਹ ਅਵਾਨੀਆਂ ਡਾਨੀਆਂ ਦੀ ਬੰਦਰਗਾਹ ਤੋਂ ਫੜਿਆ ਗਿਆ ਸੀ। ਤੇ ਹੁਣ ਸਰਕਾਰਾਂ ਇੱਕ ਕਾਨੂੰਨ ਬਣਾਉਣ ਜਾ ਰਹੀਆਂ ਕਿ ਹਰੇਕ ਬੰਦਾ, ਜੇ ਕਿਸੇ ਬੰਦੇ ਕੋਲੋਂ 7 ਗ੍ਰਾਮ ਚਿੱਟਾ ਨਸ਼ਾ ਫੜਿਆ ਜਾਂਦਾ ਤਾਂ ਉਹਨੂੰ ਅਪਰਾਧੀ ਨਹੀਂ ਗਿਣਿਆ ਜਾਣਾ। ਇਹਨਾਂ ਨੇ ਤਾਂ ਚਿੱਟਾ ਟੋਫੀਆਂ ਵਾਂਗੂ ਵੰਡਣਾ ਸ਼ੁਰੂ ਕਰਤਾ ਜੀ। ਜਿਹੜਾ ਉਹ 30 ਕੁਇੰਟਲ ਅਵਾਨੀ ਅਡਾਨੀਆਂ ਦੀਆਂ ਬੰਦਰਗਾਹਾਂ ਤੋਂ ਆਇਆ, ਉਹ ਸਾਡੇ ਪੰਜਾਬ ਦੇ ਵਿੱਚ ਹੀ ਆਉਣਾ ਨਸ਼ੇ ਨੇ ਜੀ। ਸੋ ਜਿਹੜਾ ਨਸ਼ਾ
ਇਹਨੂੰ ਕੋਈ ਠੱਲ ਨਹੀਂ ਪਈ। ਅਸੀਂ ਪਿੰਡ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਸੀ, ਉਹਨਾਂ ਨੇ ਘਰਾਂ ਦੇ ਵਿੱਚ ਨਸ਼ਾ ਦੇਣਾ ਬੰਦ ਕਰਤਾ। ਹੁਣ ਉਹ ਬਾਹਰ ਜਾ ਕੇ ਮਤਲਬ ਖੇਤਾਂ ਦੇ ਵਿੱਚ ਜਾ ਕੇ ਨਸ਼ਾ ਫੋਨ ਕਰ ਦਿੰਦੇ, ਉੱਥੇ ਜਾ ਕੇ ਫੜਾ ਜਾਂਦੇ ਆ, ਪਰ ਨਸ਼ਾ ਬੰਦ ਨਹੀਂ ਹੋਇਆ ਜੀ। ਨਸ਼ਾ ਬੰਦ ਨਹੀਂ ਹੋਇਆ, ਨਸ਼ਾ ਵੇਚਣ ਦਾ ਤਰੀਕਾ ਬਦਲ ਗਿਆ। ਮੈਂ ਇਹਦੇ ਵਿੱਚ ਪ੍ਰਸ਼ਾਸਨ ਤਾਂ ਬਿਲਕੁਲ ਬੇਕਸੂਰ ਗਿਣਦਾ, ਕਿਉਂਕਿ ਜੋ ਸਾਡੀਆਂ ਪਾਰਟੀਆਂ ਨੇ, ਬੇਸ਼ੱਕ ਰੈਗੂਲਰ ਪਾਰਟੀਆਂ ਨੇ, ਦੂਸਰੀਆਂ ਨੇ, ਜੇ ਅੱਜ ਹੁਣ ਮੈਂ ਆਮ ਆਦਮੀ ਪਾਰਟੀ ਦੀ ਗੱਲ ਲਵਾਂ ਤਾਂ 2017 ਦੇ ਵਿੱਚ ਇਹਨਾਂ ਨੇ ਮਜੀਠੀ ਦੇ ਖਿਲਾਫ ਬੜਾ ਕੂੜ ਪ੍ਰਚਾਰ ਕਰਿਆ ਸੀ। ਜਾਂ ਸੱਚ ਸੀ ਜਾਂ ਝੂਠ ਸੀ, ਉਹ ਲੋਕਾਂ ਨੂੰ ਪਤਾ ਹੈ। ਪਰ ਕੇਜਰੀਵਾਲ ਸਾਹਿਬ ਉਸ ਬੰਦੇ ਤੋਂ ਆ ਕੇ ਮਾਫੀ ਮੰਗ ਕੇ ਗਏ ਹੈ। ਤਾਂ ਕੀ ਅਸੀਂ ਇਹ ਸਮਝ ਗਏ ਵੀ ਕੇਜਰੀਵਾਲ ਦੇ ਹਿੱਸਾ ਵੀ ਵਿੱਚ ਹੀ ਹੈ? ਇਕੱਲਾ ਮਜੀਠੀਆ ਨਹੀਂ, ਕਾਂਗਰਸ ਵੀ ਨਾਲ ਹੈ, ਕੇਜਰੀਵਾਲ ਵੀ ਨਾਲ ਹੈ, ਤੇ ਅਕਾਲੀ ਤਾਂ ਜੇ ਹੈਗੀ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ। ਇਹ ਨਸ਼ਾ ਜਿੰਨਾ ਚਿਰ ਪ੍ਰਸ਼ਾਸਨ ਨੂੰ ਇਹ ਕਠਪੁਤਲੀ ਤੌਰ ਤੇ ਵਰਤਦੇ ਆ, ਜਿਹਦੀ ਵੀ ਸਰਕਾਰ ਹੁੰਦੀ ਹੈ, ਪ੍ਰਸ਼ਾਸਨ ਦੇ ਹੱਥ ਬੰਨੇ ਹੋਏ ਹੈ। ਆਮ ਅਫਸਰਾਂ ਨਾਲ ਗੱਲਾਂ ਹੁੰਦੀਆਂ, ਉਹਨਾਂ ਦੇ ਬੱਚੇ ਵੀ ਨਸ਼ਾ ਕਰਦੇ ਆ, ਉਹ ਵੀ ਇਹ ਗੱਲ ਕਹਿੰਦੇ ਕਿ ਯਾਰ ਅਸੀਂ ਤਾਂ ਮਾਰੇ ਗਏ, ਅਸੀਂ ਤਾਂ ਮਜਬੂਰ ਹੈ। ਜੇ ਅਸੀਂ ਕਿਸੇ ਨੂੰ ਫੜਾਉਂਦੇ ਆ ਤਾਂ ਕਿਸੇ ਚੇਅਰਮੈਨ ਦਾ, ਕਿਸੇ MLA ਦਾ ਨਾਲ ਦੀ ਨਾਲ ਫੋਨ ਆਉਂਦਾ ਹੈ। ਜੇ ਕੋਈ ਵੱਡਾ ਮਾੜਾ ਜਿਹਾ ਫੜਿਆ ਜਾਂਦਾ ਤਾਂ ਕਿਸੇ ਮੰਤਰੀ ਸਾਹਿਬ ਦਾ ਆ ਜਾਂਦਾ। ਸੋ ਇਹ ਨਸ਼ਾ ਜਿਹੜਾ ਹੈ, ਇਹ ਤਿੰਨੇ ਹੀ ਪਾਰਟੀਆਂ ਦੇ ਵਿੱਚ ਜ਼ਿੰਮੇਵਾਰ ਨੇ। ਤਾਂ ਪਾਰਟੀਆਂ ਜ਼ਿੰਮੇਵਾਰ ਠਹਿਰਾ ਰਹੇ ਨੇ ਕਿਸਾਨ ਯੂਨੀਅਨ ਦੇ ਆਗੂ। ਇਹਨਾਂ ਨੇ ਇੱਕ ਸਵਾਲ ਵੱਡਾ ਉਠਾਇਆ ਕੇਜਰੀਵਾਲ ਜੀ ਤੇ, ਕਿ ਕੇਜਰੀਵਾਲ ਜੀ ਨੇ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਦੋਸ਼ ਲਗਾਇਆ ਸੀ ਨਸ਼ਾ ਵਿਕਾਉਣ ਦੇ ਬਾਰੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਮਾਣਹਾਨੀ ਦਾਅਵਾ ਕੀਤਾ। ਉਸ ਦਾਅਵੇ ਤੋਂ ਬਚਣ ਦੇ ਮਾਰੇ ਕਹਿੰਦੇ ਵੀ ਉਹ ਜਿਹੜੇ ਹੈਗੇ ਉਹਨਾਂ ਤੋਂ ਕੇਜਰੀਵਾਲ ਸਾਹਿਬ ਮਜੀਠੀਆ ਜੀ ਤੋਂ ਮਾਫੀ ਮੰਗੇ। ਮਾਸਟਰ ਜੀ ਤੁਹਾਡਾ ਕੀ ਕਹਿਣਾ ਹੋਊਗਾ? ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਭੋਲਾ ਪਹਿਲਵਾਨ ਨੇ ਨਾਂ ਲਿਆ ਸੀਗਾ ਮਜੀਠੀਏ ਦਾ, ਉਹ 'ਤੇ ਕੋਈ ਕਾਰਵਾਈ ਨਹੀਂ ਹੋਈ। ਬਾਕੀ ਗੱਲ ਰਹੀ ਗੱਲ, ਕੇਜਰੀਵਾਲ ਵੀ ਮਾਫੀ ਮੰਗੇ ਆ ਜੀ। ਇੱਕ ਪੰਜਾਬ ਦਾ ਜਾਂ ਮਤਲਬ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਲਾ ਲਓ, ਵੀ ਉਹਨੂੰ ਕਿੰਨੇ ਕੰਮ ਹੁੰਦੇ ਆ, ਵੀ ਜੇ ਉਹ ਇੱਥੇ ਉਹ ਆਉਂਦਾ ਇੱਕ ਪੇਸ਼ੀ 'ਤੇ ਆਉਂਦਾ ਤਾਂ ਉਹ ਹਜ਼ਾਰਾਂ ਲੱਖਾਂ ਰੁਪਏ ਉਹਨਾਂ ਦਾ ਖਰਚਾ ਹੁੰਦਾ ਅਤੇ ਲੋਕਾਂ ਦੇ ਕੰਮ ਪ੍ਰਭਾਵਿਤ ਹੁੰਦੇ ਆ ਜੀ। ਇਸ ਕਰਕੇ ਉਹਨੂੰ ਇਹ ਫੈਸਲਾ ਲੈਣਾ ਪਿਆ ਜੀ। ਕਹਿੰਦੇ ਸਰਦਾਰ ਨਾਹਰ ਸਿੰਘ ਜੀ, ਆਪਣੇ ਬੱਬੀ ਜੀ ਨੇ ਨਸ਼ੇ ਦੇ ਬਾਰੇ ਜੋ ਗੱਲ ਕਰੀ ਹੈ, ਅਸੀਂ ਵੀ ਸਹਿਮਤ ਹਾਂ, ਕਿਉਂਕਿ ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ ਹੈ। ਆਪਾਂ ਇਸ ਤੋਂ ਪਾਸੇ ਨਹੀਂ ਜਾ ਸਕਦੇ, ਪਰੰਤੂ ਹੁਣ ਆਪਾਂ ਸਾਰੇ ਪਿੰਡਾਂ 'ਚ ਖੜ੍ਹੇ ਹਾਂ। ਨਸ਼ਾ ਬੰਦ ਕਰਨ ਵਾਸਤੇ ਸਭ ਤੋਂ ਵੱਧ ਸਹਿਯੋਗ ਜਨਤਾ ਨੂੰ ਦੇਣਾ ਪੈਣਾ। ਸਰਕਾਰ ਨੂੰ ਇਹ ਵੀ ਸਰਕਾਰ ਦੀ ਮਜਬੂਰੀ ਬਣ ਜਾਣੀ ਫਿਰ ਸਾਡੇ ਨਾਲ ਲੱਗਣ ਦੀ। ਪਰੰਤੂ ਇੱਕ ਇਹਨਾਂ ਨੇ ਇਹ ਕਿਹਾ ਕਿ ਕੋਈ ਚੇਅਰਮੈਨ ਫੋਨ ਕਰ ਦਿੰਦਾ ਨਸ਼ੇ ਪ੍ਰਤੀ, ਕੋਈ ਵੀ ਆਪਣੇ ਹਲਕੇ ਦਾ ਕਾਂਗਰਸੀ ਬੰਦੇ ਨੇ ਕਿਸੇ ਥਾਣੇਦਾਰ ਨੂੰ ਫੋਨ ਕਰਿਆ ਤਾਂ ਨਾ ਜਨਤਕ ਹੋਣਾ ਜ਼ਰੂਰੀ ਹੈ ਜੀ, ਵੀ ਹਾਂ ਉਸ ਬੰਦੇ ਨੇ ਫੋਨ ਕਰਿਆ ਵੀ ਇਸ ਨਸ਼ੇ ਨੂੰ ਛੱਡ ਦਿਓ, ਕੋਈ ਵੀ ਹੈਗਾ, ਤਾਂ ਕਿ ਆਪਣੇ ਇਲਾਕੇ ਨੂੰ ਸਾਨੂੰ ਪਤਾ ਲੱਗੇ ਵੀ ਉਹਦਾ ਨਸ਼ੇ ਪਕਾਉਣ 'ਚ ਇਹਦਾ ਹੱਥ ਹੈ ਜਾਂ ਕਿ ਇੱਕ ਤਰ੍ਹਾਂ ਦੀ ਕੋਈ ਝੂਠੀ ਬਿਆਨਬਾਜ਼ੀ। ਜਸ ਬਜੋਨੇ ਜੀ, ਨਸ਼ੇ ਦੇ ਮੁੱਦੇ 'ਤੇ ਜੀ ਆਪਣੇ ਹਲਕੇ ਦੇ ਵਿੱਚ 2 ਥਾਣੇ ਆ, 3 ਚੌਂਕੀਆਂ ਬੋਨੇ। ਮੈਂ ਕਹਿੰਦਾ ਜੇ ਵੀ ਕਿਸੇ ਕਾਂਗਰਸੀ ਆਗੂ ਨੇ ਕਦੇ ਵੀ ਕਿਸੇ ਨਸ਼ੇ ਵਾਲੇ ਦੇ ਖਿਲਾਫ ਜੇ ਉਹਦੇ ਹੱਕ ਦੇ ਵਿੱਚ ਫੋਨ ਕੀਤਾ ਵੀ ਉਹਨੂੰ ਛੱਡ ਦਿਓ, ਜਾਂ MLA ਨੇ ਕੀਤਾ ਆਪਣੇ ਹਲਕੇ ਦੇ ਨੇ, ਜਾਂ ਸਾਡੇ 'ਚੋਂ ਕਿਸੇ ਨੇ ਕੀਤਾ, ਸਾਡੇ ਆਗੂ, ਤਾਂ ਅਸੀਂ ਕਹਿੰਦੇ ਹਾਂ ਉਹਦਾ ਨਾਂ ਜਨਤਕ ਕੀਤਾ ਜਾਵੇ ਤੇ ਸਾਹਮਣੇ ਲਿਆਂਦਾ ਜਾਵੇ ਵੀ ਇਹਨੇ ਆਹ ਬੰਦਾ ਛਡਾਇਆ। ਅਸੀਂ ਬਿਲਕੁਲ ਇਹ ਮੰਨਦੇ ਹਾਂ ਕਿ ਆਪਣੀ ਧੀਆਂ ਪੁੱਤਰ, ਆਪਣੀ ਭੈਣ ਭਰਾ ਜਿਹੜੇ ਨਸ਼ੇ ਦਾ, ਚਿੱਟੇ ਦੀ, ਆਪਾਂ ਪਹਿਲਾਂ ਕੀ ਹੁੰਦਾ ਸੀ, ਅਫੀਮ ਭੁੱਕੀ ਹੁੰਦੀ ਜਾਂ ਸ਼ਰਾਬ ਪੀ ਲੈਂਦਾ ਸੀ। ਚਿੱਟਾ ਕਦੋਂ ਆਇਆ? 2007 ਦੇ ਵਿੱਚ ਜਦੋਂ ਅਕਾਲੀ ਸਰਕਾਰ ਬਣੀ ਆ, ਤਾਂ ਬਿਕਰਮ ਸਿੰਘ ਮਜੀਠੀਆ ਨੇ, ਅਸੀਂ ਹੁਣ ਵੀ ਕਹਿੰਦੇ ਹਾਂ ਕਿ ਉਹਨੇ ਜੋ ਚਿੱਟੇ ਦਾ ਕਾਰੋਬਾਰ ਉਧਰੋਂ ਮਾਝੇ ਦੇ ਵਿੱਚ ਚੱਲਿਆ, ਫਿਰ ਉਹਨੇ ਸਾਰੇ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਜਿਹੜਾ ਫੈਲਾਤਾ ਸੀ। ਤੁਸੀਂ ਦੇਖੋਗੇ ਕਿਵੇਂ ਆਪਣਾ ਪਹਿਲਵਾਨ ਭੋਲਾ ਸੀ, ਉਹਨੇ ਸਿੱਧਾ ਬਾਈ ਨੇਮ ਲੈਤਾ ਸੀ। ਹੁਣ ਉਹਦੀਆਂ ਫਾਈਲਾਂ ਮਤਲਬ ਕਿ ਇਹਨਾਂ ਨੇ ਆਪਦੀ ਸਰਕਾਰ ਵੇਲੇ ਜਿਹੜੀਆਂ ਉਹਦੀਆਂ ਫਾਈਲਾਂ ਸੀ ਉਹ ਵੀ ਗਾਇਬ ਕਰਤੀਆਂ। ਹੁਣ ਪਿੱਛੇ ਸੁਖਜਿੰਦਰ ਸਿੰਘ ਰੰਧਾਵਾ ਆਏ ਸੀ, ਉਹਨਾਂ ਨੂੰ ਇਹੀ ਯੂਥ ਕਾਂਗਰਸ ਵੱਲੋਂ ਮੰਗ ਕੀਤੀ ਸੀ ਕਿ ਜਿਹੜੀ ਇਹ ਫਾਈਲ ਆ ਖੋਲ੍ਹੀ ਜਾਵੇ, ਨਾ ਜਿਹੜੇ ਫਾਈਲ ਦੇ ਵਿੱਚ ਆ ਬੰਦ ਲਿਫਾਫੇ ਪਏ ਉਹ ਜਨਤਕ ਕੀਤੇ ਜਾਣ, ਤਾਂ ਕਿ ਜਿਹੜੇ ਦੋਸ਼ੀ ਆ ਭਾਵੇਂ ਕੋਈ ਵੀ ਉਹਨਾਂ ਨੂੰ ਸਜ਼ਾ ਮਿਲ ਸਕੇ, ਜਿਹੜਿਆਂ ਨੇ ਚਿੱਟਾ ਨਸ਼ਾ ਪੰਜਾਬ ਦੇ ਵਿੱਚ ਲੈ ਕੇ ਆਂਦਾ। ਤਾਂ ਸਾਡੇ ਵਿੱਚ ਮੌਜੂਦ ਨੇ ਪ੍ਰਿੰਸ ਗੋਲਨ ਜੀ, ਸ਼੍ਰੋਮਣੀ ਅਕਾਲੀ ਦਲ ਤੋਂ। ਬਹੁਤ ਬਹੁਤ ਸਵਾਗਤ ਹੈ ਪ੍ਰਿੰਸ ਜੀ। ਤਾਂ ਦੋਸ਼ ਲੱਗ ਰਿਹਾ ਹੈ ਕਿ ਚਿੱਟੇ ਦਾ ਜੋ ਕਾਰੋਬਾਰ ਹੈ ਉਹਦੀ ਸ਼ੁਰੂਆਤ ਮਾਝੇ ਤੋਂ ਹੋਈ ਹੈ। ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਜੀ ਦਾ ਨਾਮ ਬਾਰ-ਬਾਰ ਆ ਰਿਹਾ ਹੈ। ਤਾਂ ਤੁਹਾਡਾ ਕੀ ਕਹਿਣਾ ਹੈ ਨਸ਼ਿਆਂ ਦੇ ਕਾਰੋਬਾਰ ਬਾਰੇ? ਪਹਿਲਾਂ ਤਾਂ ਮੈਂ ਸਾਡੇ ਵੀਰ ਨੂੰ ਮੈਂ ਬੇਨਤੀ ਕਰਨਾ ਚਾਹਣਾ ਵੀ ਮਜੀਠੀਆ ਜੀ ਤੇ ਅਜੇ ਕੋਈ ਕਲੀਅਰ ਨਹੀਂ ਹੋਇਆ। ਜੇ ਉਹਨਾਂ ਕਲੀਅਰ ਹੋਇਆ ਹੁੰਦਾ ਤਾਂ ਫੜ ਕੇ ਉਹਨਾਂ ਨੂੰ ਹਵਾਲਾ 'ਚ ਦਿੱਤਾ ਹੁੰਦਾ, ਜੇਲ੍ਹ 'ਚ ਦਿੱਤਾ ਹੁੰਦਾ। ਇਹ ਤਾਂ ਝੂਠੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਆਪੋਜੀਸ਼ਨ ਵੱਲੋਂ। ਚਿੱਟੇ ਦੀ ਗੱਲ ਕਰਦੇ ਆ, ਅੱਜ ਭੁੱਚੋ ਹਲਕਾ ਇਹ ਇੱਥੇ ਮੌਜੂਦਾ MLA ਕਾਂਗਰਸ ਦਾ। ਆਹ ਪਿੰਡ ਜੋ ਜਿੱਥੇ ਅਸੀਂ ਖੜੇ ਆ, ਚੱਕ ਫਤਿਹ ਸਿੰਘ ਵਾਲਾ, ਇੱਥੇ ਸਾਰੀ ਪੰਚਾਇਤ ਨੇ, ਸਾਰੇ ਪਿੰਡ ਨਿਵਾਸੀਆਂ ਨੇ ਚਿੱਟੇ ਵਾਲ ਨੂੰ ਕਿਵੇਂ ਫੜਿਆ, ਕਿਵੇਂ ਉਹਨਾਂ ਦੀਆਂ ਰਿਕਾਰਡਿੰਗਾਂ ਸਾਰੀਆਂ ਹੋਈਆਂ, ਉਹ ਸਭ ਨੂੰ ਪਤਾ ਹੈ। ਇਹਨਾਂ ਨੂੰ ਆਪ ਸਮਝਣਾ ਚਾਹੀਦਾ। ਚਿੱਟੇ ਦਾ ਦੋਸ਼ ਅਕਾਲੀ ਦਲ ਤੇ ਲਾ ਰਹੇ ਨੇ,
ਪਰ ਸਭ ਤੋਂ ਵੱਧ ਚਿੱਟਾ ਹੁਣ ਵਿਕ ਰਿਹਾ ਹੈ। ਉਹ ਤੇ ਝੂਠੀਆਂ ਸੌਹਾਂ ਖਾਧੀਆਂ ਗਈਆਂ ਪਰ ਉਹ ਤੇ ਕੋਈ ਕੰਟਰੋਲ ਨਹੀਂ ਹੋਇਆ। ਹਾਂ, ਮੈਂ ਇਸੇ ਸਵਾਲ ਤੇ ਆ ਰਿਹਾ ਸੀ ਕਿ ਅਕਾਲੀ ਦਲ ਤੇ ਦੋਸ਼ ਲਾਏ ਜਾ ਰਹੇ ਕਿ ਨਸ਼ਾ ਪਕਾਉਣ ਬਾਰੇ, ਪਰੰਤੂ ਕੈਪਟਨ ਜੀ ਨੇ ਸਰਕਾਰ ਬਣਨ ਤੋਂ ਪਹਿਲਾਂ ਇਹ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤਲਵੰਡੀ ਸਾਹਿਬ ਵੱਲ ਹੱਥ ਕਰਕੇ ਦਮਦਮਾ ਸਾਹਿਬ ਵੱਲ ਕਿਹਾ ਸੀ ਕਿ 4 ਹਫ਼ਤਿਆਂ ਵਿੱਚ ਨਸ਼ਾ ਜੋ ਹੈ ਖਤਮ ਕਰ ਦਿੱਤਾ ਜਾਊਗਾ। 4.5 ਸਾਲ ਤੋਂ ਉੱਪਰ ਹੋ ਗਏ ਸਰਕਾਰ ਨੂੰ, ਕੁਝ ਮਹੀਨੇ ਹੀ ਬਚੇ ਆ ਨਵੀਂ ਸਰਕਾਰ ਦੀ ਹੋਂਦ ਵਿੱਚ ਆਉਣ ਤੋਂ, ਤਾਂ ਕੀ ਚਿੱਟੇ ਦੇ ਖਾਤਮੇ ਵੱਲ ਕੋਈ ਕਦਮ ਉਠਾਇਆ ਗਿਆ? ਚਿੱਟੇ ਦੇ ਖਾਤਮੇ ਵੱਲ ਕਾਂਗਰਸ ਨੂੰ ਖਤਮ ਕਰ ਦਿੱਤਾ ਗਿਆ। ਝੂਠੀਆਂ ਸੌਹਾਂ ਖਾਧੀਆਂ ਗਈਆਂ, ਜੋ ਉਹਨਾਂ ਨੇ ਕਾਂਗਰਸ ਨੂੰ ਖਤਮ ਕਰਤਾ। ਕਿਉਂ? ਉਹਨਾਂ ਨੇ ਝੂਠੀਆਂ ਸੌਹਾਂ ਖਾਧੀਆਂ ਸੀ, ਪਰ ਚਿੱਟੇ ਕੰਨੀ ਤਾਂ ਧਿਆਨ ਹੀ ਨਹੀਂ ਗਿਆ ਜੀ। ਚਿੱਟੇ ਕੰਨੀ ਤਾਂ ਧਿਆਨ ਹੀ ਨਹੀਂ ਗਿਆ ਵੀ ਕਿਸਾਨਾਂ ਬੰਨੀ ਧਿਆਨ ਹੋਵੇ, ਚਿੱਟੇ ਬੰਨੀ ਧਿਆਨ ਹੋਵੇ, ਬੇਰੁਜ਼ਗਾਰੀ ਬੰਨੀ। ਜੋ ਝੂਠੀਆਂ ਸੌਹਾਂ ਖਾਧੀਆਂ ਸੀ ਉਹ ਕੈਪਟਨ ਸਾਹਿਬ ਨੂੰ ਆਪ ਹੀ ਉਹਨਾਂ ਨੇ ਮਾਰਤਾ। ਤਾਂ ਵੱਡਾ ਸਵਾਲ ਉਠਾਇਆ ਗਿਆ ਕਿ ਜੋ ਗੁਟਕਾ ਸਾਹਿਬ ਦੀਆਂ ਝੂਠੀਆਂ ਸੌਹਾਂ ਖਾਧੀਆਂ ਗਈਆਂ ਸੀ, ਉਸਨੇ ਚਿੱਟਾ ਤਾਂ ਖਤਮ ਨਹੀਂ ਹੋਇਆ ਪਰੰਤੂ ਕਾਂਗਰਸ ਪਾਰਟੀ ਨੂੰ ਹੀ ਖਤਮ ਕਰ ਦਿੱਤਾ। ਤਾਂ ਸਾਡੇ ਵਿੱਚ ਇੱਕ ਵਾਰ ਫਿਰ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ। ਸਰ ਗੱਲ ਇਹ ਹੈ ਜੀ ਵੀ ਹੁਣ ਇਹ ਤਿੰਨੋਂ ਪਾਰਟੀਆਂ ਖੜੀਆਂ, ਕੋਈ ਠੋਸ ਜਵਾਬ ਨਹੀਂ ਦੇ ਰਿਹਾ। ਅੱਜ ਅਸੀਂ ਜਿਹੜੀ ਮੌਜੂਦਾ ਸਰਕਾਰ ਹੈ, ਸਾਡੇ ਦਾ ਟਾਰਗੇਟ ਪਹਿਲਾਂ ਉਹ ਨੇ, ਸਰਪੰਚ ਸਾਹਿਬ ਬੜੇ ਨੇ, ਬੜੇ ਪੜ੍ਹੇ ਲਿਖੇ ਨੌਜਵਾਨ ਨੇ, ਬੜੇ ਇਹਨਾਂ ਦੇ, ਮੈਂ ਪੜ੍ਹਦਾ ਹੁੰਦਾ ਅਖਬਾਰ ਦੇ ਵਿੱਚ, ਕਿ ਇਹ ਸੱਚੇ ਮਨ ਨਾਲ ਦੱਸਣ ਕਿ ਕੋਟ ਭਾਈ ਦੇ ਜਾਂ ਸਾਡੇ ਚੇਅਰਮੈਨ ਸਾਹਿਬ ਖੜੇ ਨਾਰਾ ਸਿੰਘ ਜੀ, ਇਹਨਾਂ ਦੇ ਧਿਆਨ 'ਚ ਨਹੀਂ ਵੀ ਕੀ ਹੋਈ ਜਾਂਦਾ। ਹੁਣ ਤਾਂ ਇਹਨਾਂ ਦੀ ਸਰਕਾਰ ਹੈ, 4.5 ਸਾਲ ਕੈਪਟਨ ਸਾਹਿਬ ਰਹਿ ਗਏ, ਹੁਣ ਚੰਨੀ ਸਾਹਿਬ ਆ ਗਏ ਤੇ ਤਾਂ ਹੁਣ ਕਦੋਂ ਮਰਜ਼ੀ ਫੈਲਾਂ ਖਿਲਾ ਲੈਣ, ਪਰ ਪਹਿਲਾਂ ਖਿਲਾਉਣਗੇ ਕਿਹਦੀਆਂ? ਸਾਰੇ ਤਾਂ ਰਲੇ ਮਿਲੇ ਆ, ਫਿਰ ਇੱਕ ਦੂਜੇ ਦੇ ਭੇਦ ਖੋਲਣਗੇ। ਉਹ ਆਖੂਗਾ ਜੀ ਇਹਨੇ ਵੱਧ ਵਿਕਾਤਾ, ਉਹ ਆਖੂਗਾ ਜੀ ਇਹਨੇ ਵੱਧ ਵਿਕਾਤਾ। ਜਿਹੜਾ ਵੋਟਾਂ ਵੇਲੇ ਕਰੋੜਾਂ ਰੁਪਇਆ ਫੰਡ ਇਹਨਾਂ ਕੋਲ ਇਕੱਠਾ ਹੁੰਦਾ ਜੀ, ਉਹ ਲੋਕਾਂ ਦੇ 100 ਨਾਲ ਨਹੀਂ ਹੁੰਦਾ, ਉਹ ਤਾਂ ਇਸੇ ਧੰਦੇ ਨਾਲ ਹੀ ਹੁੰਦਾ। ਇਹ ਤਾਂ ਲੋਕ ਜਾਗਰਤ ਹੋਣ, ਇਹਨਾਂ ਦੇ ਮਾਰਨ 76 ਜਦੋਂ ਪਿੰਡਾਂ 'ਚ ਵੜਦੇ ਆ, ਇਹਨਾਂ ਨੂੰ ਸਵਾਲ ਪੁੱਛਣ, ਫਿਰ ਜਾ ਕੇ ਹੱਲ ਹੋਊਗਾ। ਤੇ ਨਹੀਂ, ਇਹਨਾਂ ਸਿਆਸੀ ਪਾਰਟੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਇਹਨਾਂ ਤੋਂ। ਇਸ ਹਮਾਮ ਵਿੱਚ ਸਾਰੇ ਨੰਗੇ, ਸਾਰੀਆਂ ਪਾਰਟੀਆਂ ਇੱਕੋ ਜਿਹੀਆਂ, ਤਾਂ ਚਿੱਟਾ ਖਤਮ ਨਹੀਂ ਕੀਤਾ ਜਾ ਰਿਹਾ, ਸਗੋਂ ਇਹਨੂੰ ਸਰਪ੍ਰਸਤੀ ਦਿੱਤੀ ਜਾ ਰਹੀ ਹੈ। ਚਿੱਟੇ ਨੇ ਜਿਹੜੇ ਹੈਗੇ ਸਭ ਤੋਂ ਜ਼ਿਆਦਾ ਘਰ ਜਿਹੜੇ ਪੱਟੇ ਹੈ, ਖਾਸ ਕਰਕੇ ਨੌਜਵਾਨਾਂ ਦੀ ਬਰਬਾਦੀ ਹੋਈ ਹੈ, ਤਾਂ ਉਹਨਾਂ ਦਾ ਜਿਹੜਾ ਸਭ ਤੋਂ ਮਾੜਾ ਅਸਰ ਪਿਆ ਉਹ ਮਾਵਾਂ ਤੇ ਭੈਣਾਂ ਤੇ ਪਿਆ। ਸਾਡੇ ਵਿੱਚ ਇੱਕ ਮਾਂ ਤੇ ਭੈਣ ਮੌਜੂਦ ਹੈ, ਬਲਜਿੰਦਰ ਕੌਰ ਜੀ। ਬਲਜਿੰਦਰ ਕੌਰ ਜੀ, ਚਿੱਟੇ ਦੇ ਮੁੱਦੇ ਤੇ ਕੀ ਕਹਿਣਾ ਚਾਹੋਗੇ? ਸਰ ਦੇਖੋ, ਚਿੱਟੇ ਦੇ ਮੁੱਦੇ ਤੇ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਜੇਕਰ ਸਰਕਾਰਾਂ ਨੂੰ ਵੀ ਇੱਕ ਸਾਈਡ ਤੇ ਰੱਖ ਦਈਏ, ਆਪਾਂ ਉਹਨਾਂ ਦੀ ਗੱਲ ਬਿਲਕੁਲ ਸਹੀ ਸੀਗੀ ਕਿ ਜੇਕਰ ਆਪਾਂ ਜਨਤਾ ਵੱਲੋਂ ਸਾਥ ਮੰਗੀਏ ਤੇ ਸਰਕਾਰਾਂ ਵੀ ਸਾਥ ਦੇਣ, ਚਿੱਟਾ ਤਾਂ ਖਤਮ ਹੋਊਗਾ। ਪਰ ਆਪਾਂ ਜਿੰਨਾ ਚਿਰ ਐਲੀਗੇਸ਼ਨ ਲਗਾਈ ਜਾਵਾਂਗੇ, ਮਾਵਾਂ ਨੂੰ ਤਾਂ ਨਹੀਂ ਪਤਾ ਵੀ ਕਿਹੜੀ ਸਰਕਾਰ ਆ, ਕੌਣ ਵੇਚਦੀ ਆ, ਕੀ ਕਰਦੀ ਆ। ਉਹਦਾ ਤਾਂ ਪੁੱਤ ਮਰ ਗਿਆ, ਇੱਕ ਭੈਣ ਦਾ ਵੀਰ ਮਰ ਗਿਆ, ਇੱਕ ਵਾਈਫ ਦਾ ਹਸਬੈਂਡ ਮਰ ਗਿਆ, ਉਹਦੇ 'ਚ ਸਰਕਾਰਾਂ ਦਾ ਕੋਈ ਸਿਸਟਮ ਨਹੀਂ। ਕਿਉਂ? ਕਿਉਂਕਿ ਉਹਦਾ ਤਾਂ ਜਾਣ ਵਾਲੇ ਦਾ ਚਲਾ ਗਿਆ ਨਾ। ਲੇਕਿਨ ਜਿੰਨਾ ਚਿਰ ਆਪਾਂ ਗਰਾਊਂਡ ਲੈਵਲ ਤੋਂ ਇਸ ਚੀਜ਼ ਨੂੰ ਚੰਗੀ ਤਰੀਕੇ ਦੇ ਨਾਲ, ਸਿਸਟਮੈਟਿਕ ਢੰਗ ਨਾਲ ਨਹੀਂ ਖਤਮ ਕਰਦੇ, ਉਹਨਾਂ ਚਿਰ ਆਪਾਂ ਕੁਝ ਵੀ ਨਹੀਂ ਕਰ ਸਕਦੇ। ਚਿੱਟਾ ਐਵੇਂ ਹੀ ਵਿਕੂਗਾ, ਚਿੱਟਾ ਐਵੇਂ ਹੀ ਚੱਲੂਗਾ ਤੇ ਸਰਕਾਰਾਂ ਵੀ ਐਵੇਂ ਹੀ ਚੱਲਣਗੀਆਂ। ਵੱਡਾ ਸਵਾਲ ਹੈ ਜੀ, ਫਿਕਰਮੰਦੀ ਜ਼ਾਹਰ ਕੀਤੀ ਹੈ ਕਿ ਚਿੱਟਾ ਵੀ ਖਤਮ ਨਹੀਂ ਹੋਣ ਵਾਲਾ ਨਿਰਭਵਿੱਖ ਵਿੱਚ, ਕਿਉਂਕਿ ਇੱਛਾ ਸ਼ਕਤੀ ਦੀ ਘਾਟ ਹੈ ਤੇ ਸਰਕਾਰਾਂ ਦਾ ਰਵੱਈਆ ਉਹ ਵੀ ਇਸੇ ਤਰ੍ਹਾਂ ਹੀ ਰਹੇਗਾ। ਸਾਡੇ ਵਿੱਚ ਨੌਜਵਾਨ ਮੌਜੂਦ ਹੈ, ਅਮਨਦੀਪ ਸਿੰਘ। ਅਮਨਦੀਪ ਸਿੰਘ, ਇੱਕ ਹੋਰ ਮੁੱਦਾ ਜੋ ਹੈ, ਚੋਣਾਂ ਦੌਰਾਨ ਸਮਾਰਟਫੋਨ ਜੋ ਹੈ ਵੰਡਣ ਦਾ ਉਠਾਇਆ ਗਿਆ ਸੀ, ਤਾਂ ਕੀ ਤੁਹਾਨੂੰ ਸਮਾਰਟਫੋਨ ਮਿਲਿਆ? ਨਹੀਂ ਜੀ, ਮਿਲਿਆ ਨਹੀਂ ਮਿਲਿਆ। ਤੇ ਫਿਰ ਇਸ ਵਾਰ ਜੋ ਵਾਅਦੇ ਕੀਤੇ ਜਾ ਰਹੇ ਕਿ ਅਸੀਂ ਆਹ ਦੇਵਾਂਗੇ, ਅਸੀਂ ਆਹ ਦੇਵਾਂਗੇ, ਕੀ ਤੁਹਾਡਾ ਉਹ 'ਤੇ ਯਕੀਨ ਵੱਧ ਰਿਹਾ? ਦੇਖੋ ਜੀ, ਚੰਨੀ ਸਾਹਿਬ ਜਿਵੇਂ ਕਰ ਰਹੇ ਆ, ਲੱਗ ਰਿਹਾ ਵੀ ਕਰਨਗੇ। ਕੈਪਟਨ ਸਾਹਿਬ ਤਾਂ ਚਲੋ ਫਲॉप ਰਹੇ ਆ, ਚੰਨੀ ਸਾਹਿਬ ਕੁਝ ਨਾ ਕੁਝ ਕਰਨਗੇ। ਨਹੀਂ, ਚੰਨੀ ਸਾਹਿਬ ਦਾ ਜੋ ਕਾਰਜਕਾਰ ਦਾ ਸਮਾਂ ਹੈ ਉਹ ਬਹੁਤ ਥੋੜਾ ਰਹਿ ਗਿਆ, ਵੱਧ ਤੋਂ ਵੱਧ ਮੇਰੇ ਖਿਆਲ 4 ਹਫ਼ਤੇ ਦਾ ਸਮਾਂ ਰਹਿ ਗਿਆ। ਇਸ ਤੋਂ ਪਹਿਲਾਂ ਜੋ ਦੇਖਿਆ ਕਿ ਉਹਨਾਂ ਨੇ ਐਲਾਨ ਕਾਫੀ ਕੀਤੇ ਆ, ਪਰੰਤੂ ਉਹ ਐਲਾਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਤਾਂ ਕੀ ਤੁਸੀਂ ਸੋਚਦੇ ਹੋ ਕਿ 4 ਹਫ਼ਤਿਆਂ ਦਾ ਪਹਿਲਾਂ ਸਮਾਂ ਕੈਪਟਨ ਸਾਹਿਬ ਨੇ ਮੰਗਿਆ ਸੀ, ਹੁਣ ਚੰਨੀ ਸਾਹਿਬ ਕੋਲ 4 ਹਫ਼ਤਿਆਂ ਦਾ ਸਮਾਂ ਹੈ, 4 ਹਫ਼ਤਿਆਂ ਦੇ ਵਿੱਚ ਕੀ ਉਹ ਸਾਰੇ ਜਿਹੜੇ ਐਲਾਨ ਹੈ, ਸਾਰੀਆਂ ਮੰਗਾਂ ਗਈਆਂ, ਉਹ ਪੂਰੀਆਂ ਕਰ ਸਕਣਗੇ? ਸਾਰੀਆਂ ਤਾਂ ਨਹੀਂ ਪੂਰੀਆਂ ਹੋਣੀਆਂ, ਹੁਣ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਹੋ ਰਹੀ ਹੈ ਵੀ ਕਰਾਂਗੇ। ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਹੋ ਰਹੀ ਹੈ। ਸਾਡੇ ਵਿੱਚ ਫਿਰ ਕਿਸਾਨ ਆਗੂ ਆਪਣੀ ਗੱਲ ਕਹਿਣਾ ਚਾਹੁੰਦੇ ਆ। ਚੰਨੀ ਸਰਕਾਰ ਨੇ ਇਕੱਲੇ ਗੱਪ ਮਾਰਨ ਦਾ ਠੇਕਾ ਲਿਆ ਜੀ, ਵਾਅਦੇ ਕਰਦਾ ਹੈ, ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਉਹ ਤਾਂ ਘਰ ਘਰ ਰੁਜ਼ਗਾਰ, ਘਰ ਘਰ ਨੌਕਰੀ ਦੇਣ ਦੀਆਂ ਗੱਲਾਂ ਕਰਦੇ ਆ। ਤੇ ਕੱਲ ਕਿ ਪਰਸੋਂ ਮਾਨਸਾ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੂੰ ਕਿਵੇਂ ਪਸ਼ੂਆਂ ਵਾਂਗੂ ਕੁੱਟਿਆ। ਇਕੱਲੇ ਗੱਪ ਮਾਰਦੇ ਆ, 2 ਜਾਣੇ, ਗੱਪੀ ਤੇ ਠੱਪੀ। ਜਿਹੜਾ ਸਿੱਧੂ ਆ ਉਹ ਠੱਪੀ ਹੈ ਤੇ ਜਿਹੜਾ ਚੰਨੀ ਹੈ ਇਹ ਗੱਪੀ ਹੈ। ਇਹਨਾਂ ਦਾ ਆਹੀ ਕੰਮ ਹੈ। ਤਾਂ ਠੱਪੀ ਤੇ ਗੱਪੀ ਦਾ ਇਹਨਾਂ ਨੇ ਬੜਾ ਜਿਹੜਾ ਹੈਗਾ ਕੰਬੀਨੇਸ਼ਨ ਦਿੱਤਾ ਹੈ। ਸਾਡੇ ਵਿੱਚ ਹੋਰ ਵੀ ਪਿੰਡ ਵਾਸੀ ਮੌਜੂਦ ਹੈ, ਆਪਾਂ ਗੱਲ ਕਰਦੇ ਹਾਂ ਕਿ ਜੋ ਵਾਅਦੇ ਕੀਤੇ ਗਏ ਸੀ ਕੈਪਟਨ ਸਾਹਿਬ ਵੱਲੋਂ, ਕਾਂਗਰਸ ਸਰਕਾਰ ਵੱਲੋਂ, ਹੁਣ ਅੱਗੇ ਨਵੀਂ ਸਰਕਾਰ ਪਤਾ ਨਹੀਂ ਕਿਸ ਪਾਰਟੀ ਦੀ ਬਣਨੀ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਕਿੰਨੇ ਕੁ ਵਾਅਦੇ ਪੂਰੇ ਕੀਤੇ ਗਏ ਤੇ ਕਿੰਨੇ ਕੁ ਬਾਕੀ ਹੈ? ਵਾਅਦਾ ਤਾਂ ਜੀ ਮੇਰੇ ਹਿਸਾਬ ਨਾਲ ਤਾਂ ਕੋਈ ਵੀ ਨਹੀਂ ਪੂਰਾ ਕਰਦਾ, ਕੋਈ ਪਾਰਟੀ ਨਹੀਂ ਪੂਰਾ ਕਰਦੀ। ਭਾਵੇਂ ਦੀ ਅਕਾਲੀ ਰਹੇ ਹੈ ਤੇ ਭਾਵੇਂ ਦੀ ਹੁਣ ਕਾਂਗਰਸ ਵਾਲੇ ਹੈ। ਹੁਣ ਭਾਵੇਂ ਦੀ ਜੇ ਕੋਈ ਤੀਜਾ ਬਦਲ ਵੀ ਆਉਂਦਾ ਹੈ, ਮੈਨੂੰ ਤਾਂ ਕੋਈ ਉਮੀਦ ਨਹੀਂ ਵੀ ਕੁਝ ਕਰਨਗੇ।
ਇਹ ਤਾਂ ਲੋਕਾਂ ਦੇ ਏਕੇ ਦੇ ਨਾਲ ਹੀ ਜੇ ਕੁਝ ਹੁੰਦਾ ਹੈਗਾ। ਜੇ ਕੋਈ ਆਪਣੇ ਜਿਵੇਂ ਕਾਨੂੰਨ ਵਾਪਸ ਹੋਏ ਹੈ, ਜੇ ਲੋਕ ਲੜੇ ਹੈ ਤਾਂ ਜਿੱਤੇ ਹੈ, ਜੇ ਲੋਕ ਕੁਛ ਆਪ ਦੀ ਆਪ ਕਰਨਗੇ ਤਾਂ ਠੀਕ ਹੈ। ਸਰਕਾਰਾਂ ਤੋਂ ਤਾਂ ਮੈਨੂੰ ਤਾਂ ਕੋਈ ਝਾਕ ਨਹੀਂ। ਤਾਂ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ ਦਾ ਨਾਰਾ ਇਹਨਾਂ ਨੇ ਇੱਕ ਤਰ੍ਹਾਂ ਨਾਲ ਦੁਬਾਰਾ ਫੇਰ ਉਹ ਕੀਤਾ ਹੈ। ਤਾਂ ਇੱਕ ਵਾਰੀ ਫੇਰ ਆਪਾਂ ਅਕਾਲੀ ਆਗੂ ਪ੍ਰਿੰਸ ਗੋਲਨ ਵੱਲ ਰੁਖ ਕਰਦੇ ਹਾਂ। ਪ੍ਰਿੰਸ ਜੀ, ਤੁਹਾਨੂੰ ਕੀ ਲੱਗਦਾ ਕਿ ਕੈਪਟਨ ਸਾਹਿਬ ਨੇ ਜਿੰਨੇ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਕਿੰਨੇ ਕੁ ਪੂਰੇ ਹੋਏ ਹੈ ਤੇ ਕਿੰਨੇ ਕੁ ਬਾਕੀ ਹੈ? ਕੈਪਟਨ ਸਾਹਿਬ ਨੇ ਵਾਅਦਾ ਪੂਰਾ ਕੀਤਾ ਨਹੀਂ ਜੀ ਕੋਈ। ਜੇ ਪੂਰਾ ਕੀਤਾ ਹੁੰਦਾ ਕਾਂਗਰਸ ਨੂੰ ਉਹਨਾਂ ਨੂੰ ਲਾਉਣ ਦੀ ਕੀ ਲੋੜ ਸੀ? ਉਹਨਾਂ ਨੂੰ ਇਸ ਕਰਕੇ ਹੀ ਕਾਂਗਰਸ ਨੂੰ ਉਹਨਾਂ ਨੂੰ ਪਾਰਟੀ 'ਚੋਂ ਕੱਢਣਾ ਪਿਆ ਕਿ ਉਹਨਾਂ ਨੇ ਜੋ ਵਾਅਦੇ ਕੀਤੇ ਗੁਟਕਾ ਸਾਹਿਬ ਆਪਦੇ ਹੱਥ 'ਚ ਫੜ ਕੇ ਸੌਹਾਂ ਖਾਧੀਆਂ, ਪੂਰੇ ਨਹੀਂ ਕੀਤੇ, ਤਾਂ ਕਰਕੇ ਉਹਨਾਂ ਨੂੰ ਲਾਉਣਾ ਪਿਆ ਤੇ ਬੜੀ ਜਲੀਲ ਕਰਕੇ ਪਾਰਟੀ 'ਚੋਂ ਕੱਢਣਾ ਪਿਆ। ਰਾਜਾ ਵੜਿੰਗ ਜੀ ਹੁਣ ਨਵੇਂ ਟਰਾਂਸਪੋਰਟ ਮੰਤਰੀ ਬਣੇ ਹੈ। ਮੈਨੂੰ ਯਾਦ ਹੈ ਕਿ ਉਹਨਾਂ ਨੇ ਇੱਕ ਵਾਰੀ ਸਵਾਗਤ ਦੇ ਵਿੱਚ ਕਿਹਾ ਸੀ ਕਿ ਅਸੀਂ ਜੇ ਸਾਡੀ ਸਰਕਾਰ ਬਣੀ ਪੰਜਾਬ ਦੇ ਵਿੱਚ, ਆਟਾ ਦਾਲ ਦੇ ਨਾਲ ਅਸੀਂ ਜਿਹੜਾ ਹੈਗਾ ਲੋਕਾਂ ਦੇ ਮੁੰਡਿਆਂ ਦੀਆਂ ਬਰਾਤਾਂ ਵਾਸਤੇ ਗੱਡੀਆਂ ਵੀ ਉਪਲਬਧ ਕਰਾਵਾਂਗੇ। ਤਾਂ ਹੁਣ ਉਹ ਟਰਾਂਸਪੋਰਟ ਮੰਤਰੀ ਬਣ ਚੁੱਕੇ ਹੈ। ਉਹਨਾਂ ਤੋਂ ਜੀ ਕੁਛ ਐਲਾਨ ਕਰਾ ਲਓ। ਉਹਨਾਂ ਨੇ ਤਾਂ ਵੋਟਾਂ ਵੇਲੇ ਐਲਾਨ ਕਰਨੇ ਆ, ਪਹਿਲਾਂ ਵੀ ਐਲਾਨ ਕਰਦੇ ਆ, ਹੁਣ ਵੀ ਐਲਾਨ ਕਰੀ ਜਾਂਦੇ ਆ, ਫਾਰਮ ਭਰਾਈ ਜਾਂਦੇ ਆ। ਤੁਹਾਨੂੰ ਸਭ ਨੂੰ ਪਤਾ ਵੀ ਕਿਹਨੂੰ ਫੋਨ ਮਿਲ ਗਏ, ਕਿਹਦੇ ਆਪਣੇ ਕਰਜ਼ੇ ਮਾਫ ਹੋ ਗਏ। ਇਹਨਾਂ ਨੇ ਤਾਂ ਬੱਕਰੀਆਂ ਦੇ ਮੀਂਗਣਾਂ ਤੋਂ ਦਵਾਈਆਂ ਤਿਆਰ ਕਰਾਤੀਆਂ ਜੀ, ਤੜਾਗੀਆਂ ਨੋਵਾ ਗੱਡੀਆਂ। ਇਹ ਮਸ਼ਹੂਰ ਆ ਜੀ ਗੱਪਾਂ ਮਾਰ 'ਚ। ਤਾਂ ਗੱਪੀ ਦਾ ਖਿਤਾਬ ਦਿੰਦੇ ਹੋਏ ਤੇ ਇੱਕ ਗੱਲ ਹੋਰ ਕਿ ਆਮ ਆਦਮੀ ਪਾਰਟੀ ਨੇ ਇੱਕ ਤੀਜੀ ਗਰੰਟੀ ਦੀ ਗੱਲ ਕੀਤੀ ਹੈ ਜਿਹੜੀ ਕਿ ਕਾਫੀ ਪਾਪੂਲਰ ਹੋ ਰਹੀ ਹੈ ਅੱਜ ਕੱਲ੍ਹ ਲੋਕਾਂ ਦੇ, ਖਾਸ ਕਰਕੇ ਮਹਿਲਾਵਾਂ ਦੇ ਵਿੱਚ ਉਹਦੀ ਬਹੁਤ ਚਰਚਾ ਹੋ ਰਹੀ ਹੈ। ਵੱਡੀ ਪੱਧਰ ਤੇ ਪਿੰਡਾਂ ਵਿੱਚ ਮਹਿਲਾਵਾਂ ਉਹਦੇ ਫਾਰਮ ਭਰ ਰਹੀਆਂ ਨੇ ਕਿ 1000 ਰੁਪਈਆ ਹਰ ਵਰਗ ਦੀ ਔਰਤ ਨੂੰ ਜੋ 18 ਸਾਲ ਤੋਂ ਉੱਪਰ ਹੈ ਉਹਨੂੰ ਦਿੱਤਾ ਜਾਊਗਾ। ਇਹਦੇ ਬਾਰੇ ਕੀ ਕਹੋਗੇ? ਫਾਰਮ ਭਰਨ ਦੀ ਲੋੜ ਹੀ ਨਹੀਂ ਜੀ। ਫਾਰਮ ਭਰਨ ਦਾ ਡਰਾਮਾ ਕਿਉਂ ਕੀਤਾ ਜਾ ਰਿਹਾ? ਜੇ ਤੁਸੀਂ ਦੇਣਾ ਬਸ ਐਲਾਨ ਕਰੋ, ਬਸ ਅਸੀਂ ਦੇਵਾਂਗੇ। ਫਾਰਮ ਭਰਨ ਦਾ ਕਿਉਂ ਡਰਾਮਾ ਕੀਤਾ ਜਾ ਰਿਹਾ? ਜਿੱਦੇ ਇੱਕ ਗਾਰੰਟੀ ਦਿੰਦੇ ਇਹਨਾਂ ਦਾ ਇੱਕ ਐਮਐਲਏ ਭੱਜ ਜਾਂਦਾ। ਨਹੀਂ, ਫਾਰਮ ਭਰਨ ਤੋਂ ਉਹਨਾਂ ਦਾ ਭਾਵ ਇਹ ਹੈ ਵੀ ਉਹ ਉਸ ਚੀਜ਼ ਦੀ ਰਜਿਸਟ੍ਰੇਸ਼ਨ ਕਰ ਰਹੇ ਹੈ। ਵੀ ਜਿਹਦੀ ਰਜਿਸਟ੍ਰੇਸ਼ਨ ਹੋ ਗਈ ਉਹਨੂੰ ਪੱਕਾ ਮਿਲੂਗਾ। ਜਿਹਨੇ ਰਜਿਸਟ੍ਰੇਸ਼ਨ ਨਹੀਂ ਕਰਾਈ ਆਪਣੀ ਤਾਂ ਉਹ ਗੱਲ ਵੱਖਰੀ ਹੈ। ਕੁਛ ਨਹੀਂ ਜੀ, ਆਪਦਾ ਪ੍ਰਚਾਰ ਕਰ ਰਹੇ ਆ। ਫਾਰਮ ਭਰ ਕੇ ਉਹਨਾਂ ਦੇ ਨੰਬਰ ਲੈ ਕੇ ਉਹਨਾਂ ਨੂੰ ਮੈਸੇਜ ਕੀਤੇ ਜਾਂਦੇ ਆ। ਇਹ ਆਪਦਾ ਪ੍ਰਚਾਰ ਕਰ ਰਿਹਾ। ਫਾਰਮ ਭਰਨ ਦੀ ਲੋੜ ਹੀ ਨਹੀਂ। ਅਕਾਲੀ ਦਲ ਨੂੰ ਐਲਾਨ ਕਰਨ, ਜੋ ਕਿਹਾ ਉਹ ਕਰਾਂਗੇ। ਵਿੱਚ ਮੌਜੂਦ ਨੇ ਪਿੰਡ ਵਾਸੀ, ਆਪਣੀ ਗੱਲ ਕਹਿਣੀ ਚਾਹੁੰਦੇ ਆ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਰਬਜੀਤ ਸਿੰਘ ਹੈ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਪੁੱਛਣਾ ਚਾਹੁੰਦਾ ਵੀ ਸਾਡੇ ਵਿੱਚ ਪੰਜਾਬ 'ਚ ਅੱਤਵਾਦ ਲਿਆਉਣ ਦਾ ਜ਼ਿੰਮੇਵਾਰ ਅਕਾਲੀ ਹੈ। ਇਹ ਚੀਜ਼ ਦਾ ਮੈਂ ਦਾਅਵਾ ਕਰਦਾ। 1978 ਦੇ ਵਿੱਚ ਪੰਜਾਬ ਦੇ ਵਿੱਚ ਅੱਤਵਾਦ ਦਾ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਹੈ। ਕਿਉਂ ਲਿਆਂਦਾ ਅੱਤਵਾਦ? ਕਿਉਂ ਇਹ ਨਸ਼ਾ ਲਿਆਂਦਾ? ਅਕਾਲੀਆਂ ਨਸ਼ਾ ਲਿਆਂਦਾ। ਮੈਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਨਾ ਮੈਂ ਅਕਾਲੀਆਂ, ਨਾ ਕਾਂਗਰਸੀ, ਨਾ ਕਿਸੇ ਕਾਂਗਰਸ। ਮੈਂ ਸਾਡੇ ਨੌਜਵਾਨ ਦੇ ਭਵਿੱਖ ਬਾਰੇ ਸੋਚਦਾ। ਕਿਉਂ? ਕੀ ਨਸ਼ੇ ਦੀ ਜੜ ਇਹ ਨਹੀਂ? ਕੀ ਇਹ ਜੋ ਵੋਟਾਂ ਹੁੰਦੀਆਂ ਅਕਾਲੀ ਤੇ ਕਾਂਗਰਸੀ ਇਕੱਠੇ ਨਹੀਂ ਹੁੰਦੇ? ਕੀ ਕੈਪਟਨ ਨੂੰ ਉੱਥੇ ਜੇ ਖੜਾ ਕਰਨ ਦੀ ਲੋੜ ਤੇ ਇੱਥੇ ਕੈਪਟਨ ਖੜਾ ਹੋਇਆ ਕਿਉਂ ਆਇਆ? ਸਿਰਫ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ। ਲੋਕਾਂ ਦੇ ਅੱਖਾਂ 'ਚ ਘੱਟਾ ਪਾਉਂਦੇ ਲੋਕ, ਸਿਆਸੀ ਲੋਕ ਹੈ। ਇਹ ਲੋਕੋ ਇਹਨਾਂ ਤੋਂ ਭਲੇ ਝਾਕ ਛੱਡੋ, ਆਪਣੇ ਹੱਥ ਸਾਫ਼ ਕਰੋ। ਤਾਂ ਦੋਸ਼ ਫਿਰ ਇੱਕ ਵਾਰੀ ਇਹੀ ਕਿ ਸਾਰੀਆਂ ਪਾਰਟੀਆਂ ਖਾਸ ਕਰਕੇ ਜਿਵੇਂ ਅਕਾਲੀ ਦਲ ਤੇ ਕਾਂਗਰਸ ਤੇ ਇਕੱਠੇ ਹੋ ਕੇ ਸਿਆਸਤ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਕਿ ਉੱਪਰੋਂ ਕੁਛ ਹੋਰ ਅੰਦਰੋਂ ਕੁਛ ਹੋਰ ਦਿਖਾਵਾ ਕੀਤਾ ਜਾ ਰਿਹਾ ਅਲੱਗ-ਅਲੱਗ ਪਾਰਟੀਆਂ ਦਾ, ਪਰੰਤੂ ਅੰਦਰੋਂ ਸਾਰੇ ਘਿਓ ਖਿਚੜੀ ਨੇ। ਤਾਂ ਇੱਕ ਗੱਲ ਚੱਲੀ ਸੀ ਕਿ ਇਸ ਜਿਹੜਾ ਪਿੰਡ ਹੈ ਇੱਥੇ ਇਹਦੇ ਪ੍ਰਕਾਸ਼ ਸਿੰਘ ਬਾਦਲ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇੱਥੇ ਸਿਰੇ ਬੰਨ੍ਹ ਕੇ ਢੁੱਕੇ ਸੀ। ਤਾਂ ਉਹਨਾਂ ਦਾ ਇਹ ਸਹੁਰਾ ਪਿੰਡ ਹੈ। ਸਹੁਰੇ ਪਿੰਡ ਹੋਣ ਦੇ ਨਾਤੇ ਇਸ ਪਿੰਡ ਦੀ ਕੀ ਤਰੱਕੀ ਹੋਈ ਹੈ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਇੱਕ ਹੋਰ ਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਇਸ ਪਿੰਡ ਨੂੰ ਗੋਦ ਲਿਆ ਹੋਇਆ, ਅਡਾਪਟ ਕੀਤਾ ਹੋਇਆ। ਤਾਂ ਕੀ ਉਹਨਾਂ ਨੇ ਇਸ ਪਿੰਡ ਦੀ ਨੁਹਾਰ ਬਦਲੀ, ਇੱਥੇ ਵਿਕਾਸ ਕਾਰਜ ਹੋਏ? ਇਹਦੇ ਬਾਰੇ ਮੈਂ ਗੱਲ ਕਰਨੀ ਚਾਹਾਂਗਾ। ਸਤਿ ਸ਼੍ਰੀ ਅਕਾਲ ਜੀ। ਜਨਾਬ, ਗੱਲ ਇਹ ਹੈ ਵੀ ਬਾਦਲ ਸਾਹਿਬ ਦਾ ਸਾਡੇ ਬਹੁਤ ਪੁਰਾਣੇ ਸਾਡੇ ਫੁੱਫੜ ਜੀ ਹੈ ਜੀ, ਕਿਉਂਕਿ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਉਹਨਾਂ ਦਾ। ਤੇ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਦਿੱਤਾ ਬਹੁਤ ਕੁਛ ਹੈਗਾ, ਲੇਕਿਨ ਮਤਲਬ ਮੂਹਰੇ ਲਾ ਕੇ ਲੈਣ ਵਾਲੇ ਹੈ ਨਹੀਂ ਸੀ। ਕਿਉਂਕਿ ਸਾਡੇ ਪਿੰਡ ਦਾ ਸਕੂਲ ਬਣਾਇਆ, +2 ਕੀਤਾ। ਸਾਡੇ ਪਿੰਡ ਦਾ ਪਾਰਕ ਦੀ ਦੇਣ ਹੈ, ਕਿੱਡੀ ਵਧੀਆ ਸੋਹਣੀ ਦੇਣ ਹੈ। ਹੋਰ ਵੀ ਛੋਟੇ ਮੋਟੇ ਕੰਮ ਕੀਤੇ ਆ, ਬਹੁਤ ਵਧੀਆ ਕੰਮ ਕੀਤੇ ਆ ਉਹਨਾਂ ਨੇ। ਅਸੀਂ ਉਹਨਾਂ ਨੂੰ ਮਤਲਬ ਅਸੀਂ ਸਾਡੇ ਸਤਿਕਾਰੇਬਲ ਨਹੀਂ, ਸਤਿਕਾਰਯੋਗ ਤਾਂ ਹੈਗੇ ਆ ਜੀ, ਪਰੰਤੂ ਜਿਵੇਂ ਆਪਾਂ ਦੇਖ ਰਹੇ ਹਾਂ ਪਿੰਡ ਦੇ ਵਿੱਚ ਬਹੁਤ ਸਾਰੀਆਂ ਸਮੱਸਿਆ। ਸਵੇਰੇ ਜਦੋਂ ਸਾਡਾ ਪ੍ਰੋਗਰਾਮ ਬਣਿਆ ਸੀ ਆਉਣ ਦਾ, ਤਾਂ ਇੱਥੋਂ ਮੈਨੂੰ ਫੋਨ ਆ ਰਿਹਾ ਸੀ ਬਾਰ-ਬਾਰ। ਸਰਬਜੀਤ ਸਿੰਘ ਜੀ ਸ਼ਾਇਦ ਇੱਥੇ ਆਪਣੇ ਸਰਬਜੀਤ ਸਿੰਘ ਮੌਜੂਦ ਨੇ। ਤਾਂ ਸਰਬਜੀਤ ਸਿੰਘ, ਆਪਾਂ ਇਹੀ ਗੱਲ ਕਰ ਰਹੇ ਸੀ, ਦੁਬਾਰਾ ਤੁਹਾਡੇ ਕੋਲ ਫੇਰ ਆ ਰਹੇ ਹਾਂ ਕਿ ਤੁਸੀਂ ਮੈਨੂੰ ਫੋਨ ਕੀਤਾ ਸੀ ਕਿ ਪਿੰਡ ਦੇ ਵਿੱਚ ਬਹੁਤ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ, ਨਿਕਾਸੀ ਦਾ ਬੁਰਾ ਹਾਲ ਹੈ, ਛੱਪੜ ਦਾ ਬੁਰਾ ਹਾਲ ਹੈ, ਬਹੁਤ ਸਾਰੀਆਂ ਸਮੱਸਿਆ ਤੁਸੀਂ ਮੈਨੂੰ ਫੋਨ ਤੇ ਗਿਣਾਈਆਂ ਸੀਗੀਆਂ। ਕਿ ਉਹਨਾਂ ਸਮੱਸਿਆ ਦਾ ਤੁਸੀਂ ਹੁਣ ਦੁਬਾਰਾ ਜ਼ਿਕਰ ਕਰੋਗੇ? ਹਾਂ ਜੀ, ਸਾਡੇ ਉੱਧਰ ਪਾਰਕ ਹੈ ਜੀ। ਪਹਿਲੀ ਗੱਲ ਤਾਂ ਸਾਡਾ ਪਿੰਡ ਇੱਕ ਸੀ, ਬਾਬਾ ਫਤਿਹ ਸਿੰਘ ਦੀ ਕੁਰਬਾਨੀ ਸੀਗੀ। ਸਾਡਾ ਪਿੰਡ 2 ਕਿਉਂ ਬਣਾਏ? ਸਿਰਫ ਫੰਡ ਖਾਣ ਦੇ ਵਾਸਤੇ। ਭਾਈ ਹਰਜਿੰਦਰ ਸਿੰਘ ਦੀ ਕੋਈ ਕੁਰਬਾਨੀ ਕੁਛ ਨਹੀਂ, ਕੋਈ ਫਤਿਹ ਸਿੰਘ ਦੇ ਬਰਾਬਰ ਜਾ ਕੇ ਜਗ ਨਹੀਂ ਲੜਿਆ। 52 ਫਤਿਹ ਸਿੰਘ ਨੂੰ 12 ਪਿੰਡ ਮਿਲੇ ਸੀਗੇ। ਜਗੀਰ ਆਪਣਾ ਸਰਹੰਦ ਦੇ ਲਾਗੇ, ਉਹ 12 ਦੇ 12 ਪਿੰਡ ਇਹਨਾਂ ਕੋਲ ਆਏ।
ਕੀ ਗਾ ਬਾਕੀ ਬਾਬੇ ਫਤਿਹ ਸਿੰਘ ਦੇ 4-5 ਪੁੱਤੇ ਹੁੰਦੇ ਹਿੱਸਾ ਨਹੀਂ ਬਣਦਾ ਸੀ। ਅੱਜ ਤੱਕ ਸਾਡੇ ਪਿੰਡ ਪੈਸਾ ਬਹੁਤ ਆਇਆ, ਇਹ ਕੋਈ ਸ਼ੱਕ ਨਹੀਂ, ਪਰ ਸਾਡਾ ਪੈਸਾ ਰਾਹ ਦੇ ਵਿੱਚ ਰਹਿ ਗਿਆ। ਪੈਸਾ ਆਇਆ ਤਾਂ ਬਹੁਤ ਆ ਜੀ, ਪਰ ਖਰਚਿਆ ਨਹੀਂ ਗਿਆ, ਰਾਹ ਵਿੱਚ ਰਹਿ ਗਿਆ। ਹੁਣ ਰਸਤੇ ਵਿੱਚ ਕਿਹਦੇ ਕੋਲ ਰਹਿ ਗਿਆ, ਇਹ ਵੀ ਇੱਕ ਬੁਝਾਰਤ ਹੈ। ਕਿਸਾਨ ਆਗੂ ਅਜਮੇਰ ਸਿੰਘ ਜੀ, ਜੇ ਵਿਕਾਸ ਦੀ ਗੱਲ ਕਰੀਏ ਤਾਂ ਤੁਸੀਂ ਇੱਥੋਂ ਬਠਿੰਡੇ ਵਾਇਆ ਜਿਹੜੀ ਲਵੇਰੀਸਰ ਵਾਲੀ ਸੜਕ ਹੈ, ਸਾਰੀ ਭੁੱਚੋ ਮੰਡੀ ਦਾ ਗੰਦ ਸਾਡੇ ਪਿੰਡ ਵਿੱਚ ਦੀ ਨਿਗਾਹਤਾ ਥਾਂ ਲੀਕ ਹੋਈ ਜਾਂਦਾ। ਜਦੋਂ ਸਾਨੂੰ ਬਠਿੰਡੇ ਜਾਣਾ ਪੈਂਦਾ ਹੈ ਤਾਂ ਉਹ ਗੰਦ ਦੇ ਵਿੱਚ ਦੀ ਚਿੱਕੜ ਦੇ ਵਿੱਚ ਦੀ ਲੰਘ ਕੇ ਜਾਣਾ। ਆਹ ਸਾਡੇ ਪਿੰਡ ਦਾ ਵਿਕਾਸ ਹੋਇਆ ਜੀ। ਤਾਂ ਬਹੁਤ ਹੀ ਵੱਡੀ ਸਮੱਸਿਆ ਦੱਸੀ ਇਹਨਾਂ ਨੇ। ਚਿੱਕੜ ਸੀਵਰੇਜ ਭੁੱਚੋ ਮੰਡੀ ਤੋਂ ਜੋ ਝੰਡੂ ਤੱਕ ਡਰੇਨ ਪਾਈ ਗਈ ਹੈ, ਉਹ ਸਾਰਾ ਚੱਕ ਫਤਿਹ ਸਿੰਘ ਵਾਲੇ ਉਸਦਾ ਗੰਦ ਜੋ ਹੈ ਉਹ ਇੱਥੋਂ ਹੋ ਕੇ ਲੰਘਦਾ। ਇਹ ਬਿਲਕੁਲ ਇਹਨਾਂ ਦੀ ਜਾਇਜ਼ ਮੰਗ ਹੈ ਜਥੇਬੰਦੀ ਦੀ, ਪਰੰਤੂ ਇਹ ਜਿਹੜਾ ਸੀਵਰੇਜ ਪਿਆ ਸੀਗਾ ਇਹਦਾ ਬਹੁਤ ਜ਼ਿਆਦਾ ਫੰਡ ਆਇਆ ਸੀਗਾ। ਇਹ ਵੇਲੇ ਸ਼ਾਇਦ ਉਸ ਸਮੇਂ ਦੇ ਵਿੱਚ ਕੋਈ 4-5 ਕਰੋੜ ਰੁਪਈਆ ਇਕੱਲਾ ਇਸ ਦਾ ਸੀਗਾ। ਉਹ ਪਾਈਪਲਾਈਨ ਕਾਲੀ ਸਰਕਾਰ ਵੇਲੇ ਪਈ ਹੈ ਅਤੇ ਉਹਨਾਂ ਨੇ ਉਹ ਪੈਸਾ ਸੀ ਜਿਹੜਾ ਉਹਦੇ ਪ੍ਰੋਪਰ ਲਾਇਆ ਨਹੀਂ। ਹੁਣ ਅਸੀਂ ਤੁਸੀਂ ਮੰਡੀ ਦਾ ਵੀ ਦੇਖਿਆ, ਜੋੜਾ ਸਾਹਿਬ ਤੁਸੀਂ ਮੰਡੀ 'ਚ ਰਹੇ ਹੋ, ਮੰਡੀ ਦਾ ਵੀ ਕੀ ਹਾਲ ਸੀਗਾ। ਉਹ ਵੀ ਦੁਆਰੇ ਐਮਐਲਏ ਸਾਹਿਬ ਨੇ ਕੋਸ਼ਿਸ਼ ਕਰਕੇ ਮੰਡੀ ਨੂੰ ਸੀਵਰੇਜ ਦੁਆਰੇ ਨਗਰ ਕੌਂਸਲ ਲਿਆ ਕੇ ਦਿੱਤਾ, ਤਾਂ ਕਰਕੇ ਮੰਡੀ ਦਾ ਹੱਲ ਹੋਇਆ। ਇਹਦੀ ਵੀ ਕੋਸ਼ਿਸ਼ ਹੋ ਰਹੀ ਹੈ, ਸ਼ਾਇਦ ਆਉਣ ਵਾਲੇ ਸਮੇਂ 'ਚ ਸਾਰਾ ਨਵਾਂ ਹੀ ਸੀਵਰੇਜ ਦਾ ਅਸੀਂ ਉੱਥੋਂ ਵਾਲ 'ਚ ਇਹ ਨਵੀਂ ਪਾਈਪਲਾਈਨ ਪਵਾ ਰਹੇ ਹਾਂ। ਹਾਂ, ਨਵੀਂ ਪਾਈਪਲਾਈਨ ਪਾਉਣ ਦੀ ਗੱਲ ਕੀਤੀ ਹੈ, ਬਹੁਤ ਵੱਡੀ ਸਮੱਸਿਆ ਦਾ ਹੱਲ ਹੋਵੇਗਾ ਜੇਕਰ ਇਹ ਸੰਭਵ ਹੋ ਜਾਂਦਾ ਤਾਂ। ਜਸ ਜੀ, ਜਿਵੇਂ ਆਪਾਂ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਹੈ, ਇਤਿਹਾਸਕ ਪਿੰਡ ਆ ਇਹ। ਵਿਕਾਸ ਤੁਸੀਂ ਦੇਖੋ, ਇੱਥੇ ਸਰਪੰਚ ਅਕਾਲੀ ਦਲ ਦਾ, ਪੰਚਾਇਤ ਅਕਾਲੀ ਦਲ ਦੀ ਆ। ਅਸੀਂ ਕਦੇ ਵੀ ਸਰਪੰਚ ਇੱਥੇ ਸ਼ਾਇਦ ਆਇਆ ਹੋ ਜਾਂ ਨਹੀਂ, ਕਦੇ ਵੀ ਅਸੀਂ ਕੋਈ ਭੇਦਭਾਵ ਨਹੀਂ ਕੀਤਾ। ਜਿੰਨੀ ਗ੍ਰਾਂਟ ਸਰਪੰਚ ਨੇ ਜੋ ਹੁਣ ਵੀ 17 ਲੱਖ ਰੁਪਏ ਮੇਰੇ ਖਿਆਲ ਇਸ ਪਾਰਕ 'ਚ ਖੜੇ ਆ, 7 ਲੱਖ ਰੁਪਏ ਇਸ ਪਾਰਕ ਨੂੰ ਮੇਰੇ ਕੋਲ ਲਿਸਟਾਂ ਹੁਣ ਜਿਹੜਾ ਫੰਡ ਪਿਆ 17 ਲੱਖ ਰੁਪਈਆ ਇਸ ਪਿੰਡ ਨੂੰ ਪਰਸੋਂ ਚੌਥੇ ਨੂੰ ਆ ਜਾਊਗਾ। ਉਹ ਮਤਲਬ ਖਾਤੇ 'ਚ ਹੋ ਗਿਆ, ਡੀ ਸਾਹਿਬ ਨੇ ਮਨਜ਼ੂਰ ਕਰਨਾ। ਉਸ ਤੋਂ ਬਾਅਦ ਦੀ ਮੈਂ ਗੱਲ ਕਰਦਾ ਕਿ ਸਰਪੰਚ ਵੀ, ਬਲਾਕ ਸਮਿਤੀ ਮੈਂਬਰ ਵੀ ਜੋ ਕਿ ਇੱਥੇ ਅਕਾਲੀ ਦਲ ਦੇ ਹੀ ਆ। ਅਤੇ ਜੇ ਗੱਲ ਕਰਾਂ ਮੈਂ ਹਰਸਿਮਰਤ ਬਾਦਲ ਦੀ 10 ਸਾਲ ਤਾਂ ਮੰਤਰੀ ਰਹਿ ਗਏ, 12 ਸਾਲ ਉਹ। ਤੁਸੀਂ ਦੇਖੋ ਜੇ ਉਹਨਾਂ ਦਾ ਗੋਦ ਲਿਆ, ਇੱਕ ਪਿੰਡ ਹੀ ਅਡੋਪਟ ਕੀਤਾ ਉਹਨਾਂ ਦਾ ਗੋਦ ਲਿਆ। ਅਤੇ ਜੇ ਇਹ ਪਿੰਡ 'ਚ ਇਹ ਸਮੱਸਿਆਵਾਂ ਆ ਰਹੀਆਂ, ਇੱਕ ਕੈਬਨਿਟ ਮੰਤਰੀ ਅਤੇ ਇੱਕ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਸਹੁਰਾ ਪਿੰਡ ਦੇ, ਸੁਖਬੀਰ ਬਾਦਲ ਦੇ ਨਾਨਕੇ ਪਿੰਡ ਦੀਆਂ ਸਮੱਸਿਆ ਆ ਰਹੀਆਂ, ਤਾਂ ਤੁਸੀਂ ਦੇਖੋ ਜੇ ਕਿਸੇ ਹੋਰ ਪਿੰਡ ਇਹਨਾਂ ਨੇ ਗੋਦ ਲਿਆ ਹੁੰਦਾ ਤਾਂ ਉਹਦਾ ਤਾਂ ਹਾਲ ਹੀ ਕੀ ਹੋਣਾ ਸੀ। ਤਾਂ ਦੋਸ਼ ਲੱਗ ਰਹੇ ਨੇ, ਸਵਾਲ ਉੱਠ ਰਹੇ ਨੇ, ਸਵਾਲਾਂ ਦੇ ਜਵਾਬ ਵੀ ਮਿਲ ਰਹੇ ਨੇ, ਪਰੰਤੂ ਹੱਲ ਜੋ ਹੈ ਉਹ ਉਹਦਾ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ। ਅਸੀਂ ਇਸ ਪਿੰਡ ਦੇ ਵਿੱਚ ਵੱਖ-ਵੱਖ ਵਰਗਾਂ ਨਾਲ, ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਮਸਲੇ ਜਾਣਨ ਦੀ ਕੋਸ਼ਿਸ਼ ਕੀਤੀ। ਤਾਂ ਅਸੀਂ ਲੈਂਦੇ ਹਾਂ ਇਜਾਜ਼ਤ। ਮੇਰੇ ਨਾਲ ਕੈਮਰਾਮੈਨ ਲਵਲੀ ਦੇ ਨਾਲ ਮੈਂ ਪ੍ਰਵਿੰਦਰ ਸਿੰਘ ਜੌੜਾ, ਅਜੀਤ ਵੈਬ ਟੀਵੀ, ਪਿੰਡ ਚੱਕ ਫਤਿਹ ਸਿੰਘ ਵਾਲਾ ਤੋਂ। ਸਤਿ ਸ਼੍ਰੀ ਅਕਾਲ ਜੀ। ਹੁਣ ਮੈਨੂੰ ਆਪਣੇ ਘਰ ਵਾਲੇ ਤੋਂ ਪੈਸੇ ਮੰਗਣ ਦੀ ਲੋੜ ਨਹੀਂ ਪੈਣੀ, ਤੇ ਚਿੰਤੀ ਦੀ ਫੀਸ ਉਹ ਵੀ ਮੈਂ ਆਪ ਹੀ ਭਰ ਦੇਣੀ ਹੈ, ਤੇ ਬੇਬੇ ਦੀਆਂ ਦਵਾਈਆਂ ਉਹ ਵੀ ਮੈਂ ਆਪ ਹੀ ਲਿਆਉਣੀਆਂ ਨੇ। ਮੇਰਾ ਵੀਰ ਸੁਖਬੀਰ, ਸਾਡਾ ਆਪਣਾ ਸੁਖਬੀਰ ਬਾਦਲ ਆਉਣ ਵਾਲਾ ਹੈ, ਉਹ ਦੇਊਗਾ ਮੈਨੂੰ 24,000 ਰੁਪਏ ਹਰ ਸਾਲ, ਉਹ ਵੀ ਮੇਰੇ ਆਪਣੇ ਖਾਤੇ ਵਿੱਚ। ਮੇਰੀ ਵੋਟ ਉਹਨੂੰ ਜਿਹੜਾ ਔਰਤਾਂ ਦਾ ਮੋੜੇ ਮਾਨ ਸਨਮਾਨ।